ਭੋਜਨ ਦਾ ਮਨੋਰਥ ਉਨਾ ਚਿਰ ਤੱਕ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਉਸ ਨੂੰ ਗ੍ਰਹਿਣ ਨਾ ਕਰ ਲਿਆ ਜਾਏ। ਠੀਕ ਹੈ, ਮੁਬਾਰਕ ਹੈ ਪੜ੍ਹਨਾ ਸੁਣਨਾ, ਪਰ ਭਗਤ ਕਬੀਰ ਜੀ ਦਾ ਆਪਾਂ ਬੋਲ ਕਈ ਵਾਰ ਹੁਕਮਨਾਮੇ 'ਚ ਵੀ ਪੜ੍ਹਦੇ ਸੁਣਦੇ ਹਾਂ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਠੀਕ ਹੈ, ਭੋਜਨ ਬੜਾ ਸਵਾਦੀ ਹੋਏ, ਮਹਿੰਗੇ ਭਾਂਡਿਆਂ 'ਚ ਪਾਇਆ ਹੋਏ, ਪਰ ਕੀ ਲਾਭ ਹੈ ਜੇ ਉਹ ਪੇਟ ਦੇ ਅੰਦਰ ਨਾ ਗਿਆ ਹੋਏ। ਜੇ ਉਸ ਨੂੰ ਗ੍ਰਹਿਣ ਨਹੀਂ ਕੀਤਾ, ਫਿਰ ਸਾਹਿਬ ਕਹਿੰਦੇ ਉਹ ਪੜ੍ਹਨਾ ਸੁਣਨਾ ਵੀ ਇੱਕ ਸੰਸਾਰ ਦੀ ਕਾਰ ਬਣ ਜਾਂਦਾ ਹੈ, ਉਹ ਇੱਕ ਸਮਾਜਿਕ ਰਸਮ ਬਣ ਜਾਂਦਾ ਹੈ। ਤੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼, ਜਿਹੜਾ ਅਨੁਭਵੀ ਰੂਪ ਅੰਦਰ ਹੈ। ਅਸਲ ਬਾਣੀ ਇੱਕ ਅਨੁਭਵੀ ਹੈ, ਗੁਰਬਾਣੀ ਇੱਕ ਅਵਸਥਾ ਹੈ ਗੁਰਮੁਖ ਪਿਆਰਿਓ, ਜਿਹੜੀ ਸਤਿਗੁਰਾਂ ਭਗਤਾਂ ਦੀ ਸੀ, ਤੇ ਅਸੀਂ ਉਸ ਅਵਸਥਾ ਨੂੰ ਮਾਣ ਸਕਦੇ ਹਾਂ ਜੇ ਗੁਰੂ ਦੀ ਰਹਿਨੁਮਾਈ 'ਚ ਤੁਰਦੇ ਹਾਂ। ਕੁਝ ਪਰਹੇਜ਼ ਨੇ ਜਿਹੜੇ ਬੜੇ ਜ਼ਰੂਰੀ ਨੇ ਸਿੱਖ ਦੇ ਜੀਵਨ 'ਚ, ਜਗਿਆਸੂ ਦੇ ਜੀਵਨ 'ਚ। ਕੁਝ ਦ੍ਰਿੜਤਾ ਹੈ, ਬੜੀ ਜ਼ਰੂਰੀ ਹੈ, ਜਿਵੇਂ ਅੰਮ੍ਰਿਤ ਵੇਲਾ ਹੈ, ਸੰਗਤ ਹੈ, ਸੇਵਾ ਹੈ, ਸਿਮਰਨ ਹੈ। ਇਹ ਨਿਰੰਤਰਤਾ ਜੀਵਨ 'ਚ ਵਰਤਣੀ ਚਾਹੀਦੀ ਹੈ, ਤਾਂ ਜੋ ਉਹ ਆਦਰਸ਼, ਉਹ ਲਕਸ਼ ਸਾਨੂੰ ਪ੍ਰਾਪਤ ਹੋ ਸਕੇ, ਜਿੱਥੋਂ ਤੱਕ ਗੁਰੂ ਕੀ ਬਾਣੀ ਸਾਨੂੰ ਪ੍ਰੇਰਨਾ ਚਾਹੁੰਦੀ ਹੈ। ਤੋ ਗੁਰੂ ਸਤਿਗੁਰੂ ਦੀ ਪਾਵਨ ਬਾਣੀ, ਜਿਹਨੇ ਆਪਣੀ ਸੁਰਤ ਸ਼ਬਦ ਦੀ ਰਹਿਨੁਮਾਈ ਵਿੱਚ ਪ੍ਰੇਰਿਤ ਕਰ ਲਈ, ਫਿਰ ਗੁਰੂ ਕੇ ਸ਼ਬਦ ਦੀ ਉਹ ਕਲਾ, ਉਹ ਸਮਰੱਥਾ ਵਰਦੀ ਹੈ। ਜਿਸ ਦੇਸ਼ ਤੋਂ, ਜਿਸ ਮੰਡਲ ਤੋਂ, ਜਿਸ ਆਨੰਦ ਦੇ ਉਸ ਬਹੁਤ ਅਨੁਭਵੀ ਅਵਸਥਾ ਦੇ ਵਿੱਚੋਂ ਗੁਰੂ ਕੇ ਬੋਲ ਨਿਕਲੇ ਨੇ, ਫਿਰ ਜ਼ਰੂਰ ਅਸੀਂ ਸੁਰਤ ਕਰਕੇ, ਅਨੁਭਵ ਕਰਕੇ ਉਹਦਾ ਆਨੰਦ ਮਾਣ ਸਕਦੇ ਹਾਂ। ਸੋ ਖੈਰ, ਸਤਿਗੁਰ ਨੇ ਜਿੰਨੀ ਕੁ ਆਪਾਂ ਨੂੰ ਸਮਰੱਥਾ ਬਖਸ਼ੀ ਹੈ, ਜਿੰਨੀ ਕੁ ਮਤ ਬਖਸ਼ੀ ਹੈ, ਆਪਾਂ ਸਾਰੇ ਰਲ ਮਿਲ ਕੇ ਬਾਣੀ ਦੀ ਵਿਚਾਰ ਸਾਂਝੀ ਕਰਦੇ ਹਾਂ। ਪਰ ਗੁਰਮੁਖੋ ਦਾਵਾ ਨਹੀਂ ਹੈ ਕੋਈ ਵੀ, ਕਿਸੇ ਵੀ ਰੂਪ ਦੇ ਅੰਦਰ ਬਾਣੀ ਦੀ ਵਿਆਖਿਆ ਦਾ, ਬਾਣੀ ਦੇ ਭਾਵ ਅਰਥਾਂ ਦਾ, ਗੁਰਬਾਣੀ ਦੇ ਉਚਾਰਨ ਦਾ। ਤੋ ਆਪਾਂ ਸਾਰੇ ਜਗਿਆਸੂ ਵਿਦਿਆਰਥੀ ਬੈਠੇ ਹਾਂ, ਜੋ ਸਿੱਖਣ ਵਾਲੇ ਹਾਂ। ਗੁਰੂ ਸਾਨੂੰ ਸਭਨਾਂ ਨੂੰ ਸਿਖਾਉਂਦਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ 'ਚੋਂ ਹੁਣ ਤੱਕ ਆਪਾਂ 20 ਸ਼ਲੋਕ ਸੰਬੰਧਿਤ ਪੌੜੀਆਂ ਸਾਂਝੀਆਂ ਕਰ ਲਈਆਂ ਨੇ। 21ਵੀਂ ਪੌੜੀ ਤੇ ਸੰਬੰਧਿਤ ਸ਼ਲੋਕ ਜੋ ਆਪ ਜੀ ਨੇ ਸ਼ਲੋਕ ਤੇ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਆਓ ਆਪਾਂ ਇਸ ਅਸ਼ਟਪਦੀ ਦੀ ਵਿਚਾਰ ਆਰੰਭ ਕਰ ਸਕੀਏ। ਜਿੰਨੇ ਵੀ ਆਪ ਜਗਿਆਸੂ ਜਨ ਬੈਠੇ ਹੋ, ਪਿਆਰ ਸ਼ਰਧਾ ਵੈਰਾਗ ਸਹਿਤ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਬਹੁਤ ਗਹਿਰੇ ਗੁਰੂ ਜੀ ਦੇ ਸ਼ਬਦ ਨੇ, ਜਿਨ੍ਹਾਂ ਦੀ ਵਿਆਖਿਆ ਕਦੇ ਵੀ ਮੁਕੰਮਲ ਨਹੀਂ ਹੋ ਸਕਦੀ, ਕਿਤਨਾ ਵੀ ਕੋਈ ਯਤਨ ਕਰ ਲੈ। ਇਹ ਸ਼ਬਦ ਹੀ ਐਸੇ ਨੇ, ਸਰਗੁਣ ਨਿਰਗੁਣ ਨਿਰੰਕਾਰ ਤੇ ਸੁਨ ਸਮਾਧੀ। ਤੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ, ਬਹੁਤ ਵੱਡੀ ਦਾਤ ਸਤਿਗੁਰਾਂ ਨੇ ਬਖਸ਼ੀ ਹੈ। ਜਦੋਂ ਆਪਾਂ ਇਸਲਾਮ ਜਗਤ ਨੂੰ ਵੇਖਦੇ ਹਾਂ, ਉਹਨਾਂ ਨੇ ਸਰਗੁਣ ਦਾ ਜ਼ਿਕਰ ਕੋਈ ਵੀ ਨਹੀਂ ਕੀਤਾ। ਨਿਰੋਲ ਉਹਨਾਂ ਨੇ ਨਿਰਗੁਣ ਅੱਲਾ ਦਾ ਜ਼ਿਕਰ ਕੀਤਾ ਹੈ। ਸਨਾਤਨ ਮਤ ਜਦੋਂ ਆਪਾਂ ਵੇਖਦੇ ਹਾਂ, ਉਹਨਾਂ ਨੇ ਜ਼ਿਆਦਾ ਜ਼ਿਕਰ ਸਰਗੁਣ ਦਾ ਕੀਤਾ ਹੈ। ਸਰਗੁਣ ਦਾ ਅਰਥ ਹੈ ਜੋ ਦਿਸਦਾ ਹੈ,
ਮੂਰਤੀਆਂ ਨੇ, ਸਰੀਰ ਨੇ, ਉਹਨਾਂ ਨੇ ਸਾਰਾ ਜ਼ਿਕਰ ਬਹੁਤਾ ਜ਼ੋਰ ਸਰਗੁਣ ਤੇ ਲਾਇਆ। ਗੁਰੂ ਨਾਨਕ ਦੇ ਇਸ ਵਿਹੜੇ 'ਚ ਸਰਗੁਣ ਦੀ ਵੀ ਗੱਲ ਹੈ, ਨਿਰਗੁਣ ਦੀ ਵੀ ਗੱਲ ਹੈ, ਨਿਰੰਕਾਰ ਦਾ ਵੀ ਸਤਿਗੁਰ ਨੇ ਬੋਧ ਬਖਸ਼ਿਆ। ਸਰਗੁਣ ਨਿਰਗੁਣ ਦਾ ਅਰਥ ਹੈ ਜਦੋਂ ਆ ਵਜੂਦ ਹੈ, ਆ ਜਿਹੜਾ ਵਜੂਦ ਹੈ ਨਾ, ਇਹ ਸਰਗੁਣ ਨਿਰਗੁਣ, ਦਿਸਦਾ ਤੇ ਅਣਦਿਸਦਾ, ਮੁਬਾਰਕ ਹੈ ਸਤਿਗੁਰ ਨੇ ਬਖਸ਼ਿਸ਼ ਕੀਤੀ। ਸਰਗੁਣ ਵੀ ਮਾੜਾ ਨਹੀਂ ਜਿਹਦਾ ਧਿਆਨ ਨਿਰਗੁਣ ਤੱਕ ਚਲਾ ਜਾਏ। ਆਕਾਰ ਮਾੜਾ ਨਹੀਂ ਹੁੰਦਾ, ਜੇ ਆਕਾਰ ਤੋਂ ਧਿਆਨ ਤੁਰਦਾ ਤੁਰਦਾ ਨਿਰੰਕਾਰ ਵੱਲ ਚਲਾ ਜਾਏ, ਮੁਬਾਰਕ ਹੈ ਸਰਗੁਣ। ਪਰ ਯਾਦ ਰੱਖਿਓ, ਸਰਗੁਣ ਇੱਕੋ ਜਿਹਾ ਨਹੀਂ ਕਦੇ ਰਹਿੰਦਾ, ਪੁਰਾਣਾ ਜ਼ਰੂਰ ਹੁੰਦਾ। ਮੈਨੂੰ ਕਹਿਣ ਦੇਣਾ, ਰੁਮਾਲਾ ਸਾਹਿਬ ਪੁਰਾਣਾ ਹੋ ਸਕਦਾ, ਪੀੜਾ ਸਾਹਿਬ ਪੁਰਾਣਾ ਹੋ ਸਕਦਾ, ਚੌਰ ਸਾਹਿਬ ਪੁਰਾਣਾ ਹੋ ਸਕਦਾ, ਕੋਈ ਪੋਥੀ ਪੁਰਾਣੀ ਹੋ ਸਕਦੀ ਹੈ, ਪਰ ਜਪਜੀ ਸਾਹਿਬ ਪੁਰਾਣਾ ਨਹੀਂ ਕਦੇ ਹੋ ਸਕਦਾ, ਸੁਖਮਣੀ ਸਾਹਿਬ ਕਦੇ ਪੁਰਾਣਾ ਨਹੀਂ ਹੋ ਸਕਦਾ। ਸਰਗੁਣ ਜ਼ਰੂਰ ਪੁਰਾਣਾ ਹੋ ਸਕਦਾ। ਸਰਗੁਣ ਦਾ ਅਰਥ ਹੈ ਜੋ ਦਿਸਦਾ, ਜਿਵੇਂ ਸਾਡਾ ਸਰੀਰ ਹੈ, ਆ ਸਰੀਰ ਪੁਰਾਣਾ ਹੁੰਦਾ ਹੈ, ਆਤਮਾ ਥੋੜ੍ਹਾ ਪੁਰਾਣੀ ਹੁੰਦੀ ਹੈ। ਇਹ ਥੋੜ੍ਹਾ ਵੀ ਆਤਮਾ ਬੱਚੇ 'ਚ ਛੋਟੀ ਹੈ, ਬਜ਼ੁਰਗ 'ਚ ਵੱਡੀ ਹੋ ਗਈ। ਸਰਗੁਣ ਜ਼ਰੂਰ ਬਦਲਦਾ ਹੈ, ਤਾਂ ਹੀ ਸਤਿਗੁਰ ਸਾਡਾ ਧਿਆਨ ਸਹਿਜ ਸਹਿਜ ਨਿਰਗੁਣ ਤੱਕ ਲਿਜਾਣਾ ਚਾਹੁੰਦੇ ਨੇ। ਤੇ ਸਰਗੁਣ ਦੀ ਪੂਜਾ ਵੀ ਮੁਬਾਰਕ ਹੈ, ਰੁਮਾਲਾ ਸਾਹਿਬ ਮੁਬਾਰਕ ਹੈ। ਜੋ ਵੀ ਆਪਾਂ, ਜੇ ਸਾਡਾ ਧਿਆਨ ਸਤਿਗੁਰ ਦੇ ਸ਼ਬਦ ਨਿਰਗੁਣ ਤੱਕ ਪਹੁੰਚ ਜਾਂਦਾ ਹੈ, ਮੁਬਾਰਕ ਹੈ। ਗੁਰਮੁਖ ਪਿਆਰੇ ਦੀ ਪੂਜਾ, ਮੱਥਾ ਟੇਕਣਾ ਮੁਬਾਰਕ ਹੈ, ਭੇਟਾ ਮੁਬਾਰਕ ਹੈ। ਜੇ ਧਿਆਨ ਗੁਰੂ ਸ਼ਬਦ ਤੱਕ, ਬਾਣੀ ਤੱਕ ਚਲਾ ਜਾਏ, ਜੇ ਬਾਣੀ ਦਾ ਅਨੁਭਵ ਜੀਵਨ 'ਚ ਵਰਤ ਜਾਏ, ਤੇ ਨਹੀਂ ਤੇ ਸਾਰੀ ਜ਼ਿੰਦਗੀ ਰੁਮਾਲੇ ਚੜਾਉਂਦਾ ਰਿਹਾ, ਰੁਮਾਲਾ ਚੁੱਕ ਕੇ ਕਦੇ ਦੀਦਾਰ ਹੀ ਨਹੀਂ ਕੀਤਾ, ਕਦੇ ਸਹਿਜ ਪਾਠ ਹੀ ਨਾ ਕੀਤਾ ਹੋਏ, ਔਰ ਉਹ ਫਿਰ ਪੂਜਾ ਬਾਹਰ ਦੀ ਬਾਹਰ ਰਹਿ ਜਾਣੀ। ਉਹ ਪੂਰਨ ਪ੍ਰਵਾਨਗੀ ਨਹੀਂ ਸਤਿਗੁਰ ਦੇ ਦਰ ਤੇ ਉਸ ਨੂੰ ਕਦੇ ਪ੍ਰਾਪਤ ਹੋਣੀ। ਸੋ ਗੁਰੂ ਜੀ ਨੇ ਮੁਬਾਰਕ ਆਖਿਆ ਸਰਗੁਣ ਨੂੰ, ਮੁਬਾਰਕ ਹੈ ਨਿਰਗੁਣ। ਸਰਗੁਣ ਦਾ ਅਰਥ ਹੈ ਜੋ ਦਿਸਦਾ ਸਭ ਕੁਝ, ਜਿੰਨਾ ਵੀ ਪਸਾਰਾ ਸਾਡੇ ਦਿਸਣ 'ਚ ਆ ਰਿਹਾ, ਉਹ ਸਰਗੁਣ ਹੈ, ਆਕਾਰਮਈ ਹੈ। ਪਰ ਬਾਣੀ ਨੇ ਪੂਜਾ ਨਿਰਗੁਣ ਦੀ ਦੱਸੀ ਹੈ, ਪੂਜਾ ਅਕਾਲ ਦੀ ਦੱਸੀ ਹੈ ਸਾਨੂੰ। ਅਕਾਲ ਨਿਰਗੁਣ ਹੈ, ਪੂਜਾ ਅਕਾਲ ਦੀ ਹੈ। ਗੁਰਦੇਵ ਜੀ ਕਹਿੰਦੇ ਬਾਹਰੀ ਤੌਰ ਤੇ ਕੋਈ ਪਸਾਰਾ ਹੈ ਬਦਲਣ ਵਾਲਾ, ਤੇ ਸਤਿਗੁਰਾਂ ਨੇ ਆਪਣੀ ਹਯਾਤੀ 'ਚ ਬਖਸ਼ਿਸ਼ ਕੀਤੀ। ਭਾਈ ਨੱਥਾ, ਭਾਈ ਕੱਥਾ ਗੁਰੂ ਕੇ ਸਿੱਖ, ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਅੱਜ ਅੱਖਾਂ ਸਿੱਲੀਆਂ ਹੋ ਗਈਆਂ। ਕਈ ਦਿਨ ਸਤਿਗੁਰੂ ਕੋਲ ਰਹੇ, ਤੇ ਜਦੋਂ ਅੱਜ ਮੱਥਾ ਟੇਕ ਕੇ ਤੁਰਨ ਲੱਗੇ, ਅੱਜ ਅੱਖਾਂ ਸਿੱਲੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਕੀ ਹੋਇਆ? ਸਤਿਗੁਰੂ ਤੁਹਾਡੇ ਚਰਨਾਂ ਤੋਂ ਵਿਛੜਨ ਲੱਗੇ ਹਾਂ, ਬੜਾ ਦੁੱਖ ਹੋ ਰਿਹਾ ਹੈ। ਸਤਿਗੁਰੂ ਤੁਹਾਡਾ ਇਹ ਦੀਦਾਰ ਨਸੀਬ ਨਹੀਂ ਹੋਣਾ ਹੁਣ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖੋ, ਜੇ ਸਰੀਰ ਦੀ ਗੱਲ ਕਰਦੇ ਹੋ ਦੀਦਾਰ ਦੀ, ਫਿਰ ਇਹ ਸਦਾ ਹੋ ਵੀ ਨਹੀਂ ਸਕਦਾ ਕਿਸੇ ਨੂੰ, ਇਹਨੂੰ ਕੋਈ ਨਹੀਂ ਸਦਾ ਪਕੜ ਕੇ ਰੱਖ ਸਕਦਾ। ਗੁਰਦੇਵ ਕਹਿੰਦੇ ਜੇ ਸ਼ਬਦ ਨਾਲ ਜੁੜੋਗੇ, ਬਾਣੀ ਨਾਲ, ਉਪਦੇਸ਼ ਨਾਲ, ਕੁੱਲਾਂ ਜੁੜੀਆਂ ਰਹਿ ਸਕਦੀਆਂ ਨੇ, ਕੁੱਲਾਂ ਦੀਆਂ ਕੁੱਲਾਂ। ਉੱਥੇ ਸਦੀਵੀ ਹੈ ਜਿੱਥੇ ਗੁਰਦੇਵ ਕਹਿੰਦੇ ਗੁਰ ਸ਼ਬਦ ਔਰ ਸਾਧ ਸੰਗਤ ਜਹਾਂ ਗੁਰ ਕੇ ਚਰਨ ਵਸਤ ਹੈ ਤਹਾਂ। ਸਾਹਿਬ ਕਹਿੰਦੇ ਸਿੱਖੋ ਜਾਓ, ਜਿੱਥੇ ਵੀ ਸੰਗਤ ਬਾਣੀ ਹੋਏਗੀ ਜਾਓ, ਗੁਰੂ ਦੇ ਚਰਨਾਂ ਨਾਲ ਹੀ ਤੁਸੀਂ ਜੁੜੇ ਹੋ, ਤੁਹਾਨੂੰ ਕੋਈ ਨਹੀਂ ਤੋੜ ਸਕੇਗਾ। ਜੇ ਸੰਗਤ ਬਾਣੀ ਨਾਲ ਤੁਸੀਂ ਜੁੜੇ ਹੋ, ਜੇ ਸਰੀਰ ਨਾਲ ਜੁੜਨ ਦੀ ਗੱਲ ਕਰਦੇ ਹੋ, ਫਿਰ ਕੋਈ ਸਦੀਵੀ ਜੋੜ ਕੇ ਨਹੀਂ ਰੱਖ ਸਕੇਗਾ। ਇੱਕ ਸਿੱਖ ਨੇ ਕਿਹਾ ਸੀ ਸਤਿਗੁਰੂ ਕੋਲ ਆ ਕੇ, ਸਤਿਗੁਰੂ ਜਦੋਂ ਮੈਂ ਤੁਹਾਡੇ ਦੀਦਾਰ ਕਰਦਾ, ਸਤਿਗੁਰੂ ਤੁਹਾਡੇ 'ਚੋਂ ਰੱਬ ਦਿਸਦਾ ਹੈ, ਤੇ ਜਦੋਂ ਸਤਿਗੁਰੂ ਤੁਹਾਡੇ ਦੀਦਾਰ ਨਹੀਂ ਹੁੰਦੇ, ਤੁਹਾਡੀ ਕਿਰਪਾ ਨਾਲ ਰੱਬ ਦੀ ਮਾਨਵਤਾ 'ਚੋਂ ਰੱਬ ਦਿਸਦਾ ਹੈ, ਉਦੋਂ ਸਾਰੀ ਖਲਕਤ 'ਚੋਂ ਮੈਂ ਰੱਬ ਵੇਖਦਾ।
ਸਾਹਿਬ ਕਹਿੰਦੇ ਸਿੱਖਾ ਤੂੰ ਧੰਨ ਹੈ ਜਿਨ੍ਹੇ ਇਸ ਰਮਜ ਨੂੰ ਬੁੱਝ ਲਿਆ, ਮਾਣ ਲਿਆ ਜਿਸ ਨੇ ਇਸ ਨੂੰ। ਤੋ ਸਤਿਗੁਰਾਂ ਨੇ ਆਪਣੀ ਹਯਾਤੀ 'ਚ ਸਰੀਰ ਰਹਿੰਦਿਆਂ ਹੀ ਜ਼ਿਕਰ ਕੀਤਾ ਸੀ, ਸਿੱਖੋ ਸਰਗੁਣ ਨੂੰ ਬਹੁਤਾ ਸਮਾਂ ਆਕਾਰ ਨੂੰ ਨਹੀਂ ਪਕੜਿਆ ਜਾ ਸਕਦਾ। ਜੇ ਰੱਬ ਦਾ ਆਪਾਂ ਆਕਾਰ ਦੀ ਗੱਲ ਕਰੀਏ, ਸਾਹਿਬ ਕਹਿੰਦੇ ਜੇ ਰੱਬ ਦੀ ਤਸਵੀਰ ਬਣਾਉਣੀ ਹੋਏ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ। ਗੁਰਦੇਵ ਕਹਿੰਦੇ ਵਾਹਿਗੁਰੂ ਦੀਆਂ ਹਜ਼ਾਰਾਂ ਅੱਖਾਂ ਨੇ, ਕੈਸੀ ਕੈਸੀ ਬਣਾਓਗੇ। ਉਹ ਕਿਹਦਾ ਜ਼ਿਕਰ ਕੀਤਾ ਹੈ? ਉਹ ਜ਼ਿਕਰ ਕੀਤਾ ਸਰਗੁਣ ਸਰੂਪ ਦਾ। ਤੇ ਵਾਹਿਗੁਰੂ ਦੀ ਇੱਕ ਵੀ ਅੱਖ ਨਹੀਂ, ਕਿਹਦਾ ਜ਼ਿਕਰ ਕੀਤਾ? ਨਿਰਗੁਣ ਸਰੂਪ ਦਾ ਜ਼ਿਕਰ ਕੀਤਾ। ਬਾਹਰੀ ਤੌਰ ਤੇ ਵਾਹਿਗੁਰੂ ਜਿੰਨੇ ਵਜੂਦ ਤੇਰੇ ਨੇ, ਅੱਖਾਂ ਵੀ ਤੇਰੀਆਂ, ਬੋਲਣ ਵਾਲਾ ਵੀ ਤੂੰ ਹੈ, ਸੁਣਨ ਵਾਲਾ ਵੀ ਤੂੰ ਹੈ, ਵੇਖਣ ਵਾਲਾ ਵੀ ਤੂੰ ਹੈ। ਪਰ ਵਾਹਿਗੁਰੂ ਨਿਰਗੁਣ ਸਰੂਪ ਅੰਦਰ, ਜੋਤ ਸੱਤਾ ਰੂਪ ਅੰਦਰ ਵਾਹਿਗੁਰੂ ਤੇਰਾ ਕੋਈ ਵੀ ਨੈਣ ਨਹੀਂ ਹੈ। ਵਾਹਿਗੁਰੂ ਤੇਰੀ ਕੋਈ ਵੀ ਜ਼ੁਬਾਨ ਨਹੀਂ ਜੇ ਉੱਥੇ ਗੱਲ ਕਰੀਏ। ਤੋ ਸਤਿਗੁਰੂ ਬੜੇ ਸੋਹਣੇ ਢੰਗ ਦੇ ਨਾਲ ਇਸ ਸਰਗੁਣ ਦੇ ਵਿੱਚੋਂ ਨਿਰਗੁਣ ਦੇ ਅੱਗੇ ਨਿਰੰਕਾਰ ਦਾ ਬੋਧ ਸਤਿਗੁਰ ਸਾਨੂੰ ਕਰਾਉਂਦੇ ਨੇ। ਮਸਲਾ ਵਿਸ਼ਾ ਬੜਾ ਬਰੀਕ ਹੈ। ਸਾਡੀ ਆਦਤ ਹੈ ਤਸਵੀਰਾਂ ਪਕੜਨੀਆਂ। ਕੋਈ ਨਹੀਂ ਬਾਬਾ ਨਾਨਕ ਤੂੰ ਭਾਵੇਂ ਕਹਿ ਗਏ, ਅਸੀਂ ਤੇ ਬਣਾ ਲੈਣੀਆਂ ਤੇਰੀਆਂ ਤਸਵੀਰਾਂ, ਦੋ ਚਾਰ ਮਾਲਾਂ ਕਮੰਡਲ 'ਚ ਪਾਵਾਂਗੇ, ਗਲ 'ਤੇ ਪਾਵਾਂਗੇ, ਹੱਥ 'ਤੇ ਪਾਵਾਂਗੇ। ਇਹ ਹੈ ਆਪਣੀ ਮਰਜ਼ੀ। ਧਰਮ ਆਪਣੀ ਮਰਜ਼ੀ ਨਹੀਂ ਹੁੰਦਾ। ਧਰਮ ਦਾ ਅਰਥ ਹੁੰਦਾ ਆਪਣੀ ਮਰਜ਼ੀ ਦਾ ਤਿਆਗ ਕਰ ਦੇਣਾ। ਜੇ ਆਪਣੀ ਮਰਜ਼ੀ ਦਾ ਰੱਬ ਲੱਭ ਰਹੇ ਹਾਂ, ਆਪਣੀ ਮਰਜ਼ੀ ਦੀ ਤਸਵੀਰ ਲੱਭ ਰਹੇ ਹਾਂ, ਫਿਰ ਅਸੀਂ ਧਰਮੀ ਕਦੇ ਨਹੀਂ ਹੋ ਸਕਾਂਗੇ। ਸਾਡਾ ਜੀਵਨ ਨਹੀਂ ਬਦਲ ਸਕੇਗਾ। ਬਦਲਾਅ ਉਦੋਂ ਆਉਂਦਾ ਹੈ ਜਦੋਂ ਅਸੀਂ ਆਪਣੀ ਮਤ ਮਰਜ਼ੀ ਦਾ ਤਿਆਗ ਕਰਦੇ ਹਾਂ। ਜੇ ਮਾਰਕੀਟ ਵਿੱਚੋਂ ਚੀਜ਼ਾਂ ਲੱਭਦੇ ਹੋ ਧਰਮ ਦੀਆਂ, ਵੀ ਤਸਵੀਰਾਂ ਲੱਭ ਗਈਆਂ, ਮਾਲਾ ਲੱਭ ਗਈ ਤੇ ਫੋਟੋਆਂ ਲੱਭ ਗਈਆਂ, ਫਿਰ ਸੱਚ ਜਾਣਿਓ ਧਰਮੀ ਨਹੀਂ ਕਦੇ ਹੋ ਸਕਾਂਗੇ। ਕਦੇ ਵੀ ਜੀਵਨ 'ਚ ਬਦਲਾਅ ਨਹੀਂ ਆਏਗਾ। ਤੋ ਖੈਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮਿਹਰਾਮਤ ਕੀਤੀ। ਬਹੁਤ ਰਮਜ਼ੀ ਰੂਪ ਅੰਦਰ, ਗਹਿਰਾਈ ਰੂਪ ਅੰਦਰ ਸਤਿਗੁਰਾਂ ਦੇ ਬੋਲ ਨੇ। 21ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ। ਸਾਹਿਬ ਕਹਿੰਦੇ ਸਰਗੁਣ ਜੋ ਦਿਸ ਰਿਹਾ ਜਿੰਨਾ ਪਸਾਰਾ। ਫਿਰ ਜ਼ਿਕਰ ਕੀਤਾ ਨਿਰਗੁਣ। ਇੱਕ ਨਿਰਗੁਣ ਦੇ ਅਰਥ ਹੁੰਦੇ ਨੇ ਜਿਹਦੇ 'ਚ ਕੋਈ ਗੁਣ ਨਾ ਹੋਵੇ। ਉਹ ਸਾਡੇ ਵਾਸਤੇ ਕਈ ਵਾਰ ਸ਼ਬਦ ਆਉਂਦਾ ਹੈ। ਜਦੋਂ ਵਾਹਿਗੁਰੂ ਵਾਸਤੇ ਨਿਰਗੁਣ ਸ਼ਬਦ ਆਇਆ, ਉਹਦਾ ਅਰਥ ਹੈ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ, ਅਣਦਿਸਦਾ ਹੈ ਜ਼ਰੂਰ, ਅਣਦਿਸਦਾ ਹਵਾ ਹੈ ਜ਼ਰੂਰ, ਮਾਣੀ ਜਾ ਸਕਦੀ ਹੈ, ਦੇਖੀ ਥੋੜ੍ਹਾ ਕਦੇ ਆਪਾਂ। ਪ੍ਰਕਾਸ਼ ਦੇ ਨਾਲ ਆਪਾਂ ਚੀਜ਼ਾਂ ਦੇਖਦੇ ਹਾਂ, ਪਰ ਪ੍ਰਕਾਸ਼ ਥੋੜ੍ਹਾ ਦੇਖਿਆ ਜਾਂਦਾ। ਕੀ ਤਸਵੀਰ ਬਣਾਵਾਂਗੇ? ਪ੍ਰਕਾਸ਼ ਦੀ ਕੋਈ ਤਸਵੀਰ ਨਹੀਂ ਬਣ ਸਕਦੀ। ਸਰੀਰ ਦੀ ਤਸਵੀਰ ਹੈ, ਆਤਮਾ ਦੀ ਕੀ ਤਸਵੀਰ ਬਣਾਵਾਂਗੇ? ਨਹੀਂ ਬਣ ਸਕਦੀ, ਨਾ ਬਣਾਈ ਜਾ ਸਕਦੀ ਹੈ। ਨਿਰਗੁਣ ਉਹ ਹੈ ਜਿਸ ਨੂੰ ਕਿਸੇ ਇੱਕ ਆਕਾਰ 'ਚ ਨਾ ਬੰਨਿਆ ਜਾ ਸਕੇ, ਜਿਹੜਾ ਰੂਪ ਰੰਗ ਰੇਖ ਭੇਖ ਤੋਂ ਰਹਿਤ ਹੈ, ਉਹ ਨਿਰਗੁਣ ਸਰੂਪ ਹੈ। ਸਾਹਿਬ ਕਹਿੰਦੇ, ਗੁਰਦੇਵ ਕਹਿੰਦੇ ਜਿੰਨਾ ਸਰਗੁਣ ਹੈ ਇਹਦੇ 'ਚ ਨਿਰਗੁਣ ਵਰਤ ਰਿਹਾ, ਜਿੰਨਾ ਪਸਾਰਾ ਹੈ, ਤਾਂ ਹੀ ਸੰਸਾਰ ਦੀ ਕਿਰਤ ਕਾਰ ਚੱਲ ਰਹੀ ਹੈ। ਸਰਗੁਣ ਦੇ ਵਿੱਚ ਨਿਰਗੁਣ ਹੈ। ਹਰੇਕ ਦਿਸਦੀ ਚੀਜ਼ ਨੂੰ ਅਣਦਿਸਦੀ ਚੀਜ਼ ਚਲਾ ਰਹੀ। ਹੁਣ ਪੱਖਾ ਚੱਲ ਰਿਹਾ ਹੈ, ਦਿਸਦਾ ਹੈ, ਪਰ ਅਣਦਿਸਦੀ ਬਿਜਲੀ ਚਲਾ ਰਹੀ ਹੈ ਉਸ ਨੂੰ। ਸਰੀਰ ਸਾਡਾ ਚੱਲ ਰਿਹਾ ਹੈ, ਅਣਦਿਸਦੀ ਆਤਮਾ ਇਸ ਨੂੰ ਚਲਾ ਰਹੀ ਹੈ। ਸੰਸਾਰ ਸਾਹਿਬ ਕਹਿੰਦੇ ਦਿਸ ਰਿਹਾ ਹੈ, ਅਣਦਿਸਦਾ ਨਿਰੰਕਾਰ ਜਿਹੜਾ ਵਿਆਪਕ ਹੈ। ਗੁਰਦੇਵ ਕਹਿੰਦੇ ਉਹ ਹੁਕਮੀ ਆਪਣੇ ਹੁਕਮ ਦੇ ਵਿੱਚ ਸਭ ਕੁਝ ਚਲਾ ਰਿਹਾ। ਤੇ ਜ਼ਰੂਰੀ ਨਾ ਇਹ ਕਿਹਾ ਕਰੋ ਵੀ ਜਿਹੜੀ ਚੀਜ਼ ਦਿਸਦੀ ਮੈਂ ਉਹਨੂੰ ਹੀ ਸਮਝਾਂਗਾ ਬਸ। ਬਹੁਤ ਕੁਝ ਹੈ ਜੋ ਦਿਸਦਾ ਨਹੀਂ। ਭੁੱਖ ਦਿਸਦੀ ਨਹੀਂ ਪਰ ਹੁੰਦੀ ਹੈ। ਤੁਹਾਨੂੰ ਥਾਲੀ ਦਿਸੇਗੀ, ਭੋਜਨ ਦਿਸੇਗਾ, ਗਲਾਸ ਦਿਸੇਗਾ, ਪਾਣੀ ਦਿਸੇਗਾ, ਪਿਆਸ ਨਹੀਂ ਦਿਸਦੀ, ਹੈ ਜ਼ਰੂਰ।
ਭੁੱਖ ਦਿਖਦੀ ਨਹੀਂ, ਹੈ ਜ਼ਰੂਰ। ਹਵਾ ਦਿਸਦੀ ਨਹੀਂ, ਮਹਿਸੂਸ ਜ਼ਰੂਰ ਹੁੰਦੀ ਹੈ। ਗੁਰੂਦੇਵ ਨੇ ਬਖਸ਼ਿਸ਼ ਕੀਤੀ, ਵਾਹਿਗੁਰੂ ਉਸ ਨਿਰਗੁਣ ਸਰਗੁਣ ਜਿੰਨਾ ਵੀ ਤੇਰਾ ਰੂਪ ਹੈ, ਸਰਗੁਣ ਨਿਰਗੁਣ ਨਿਰੰਕਾਰ। ਨਿਰੰਕਾਰ ਦਾ ਅਰਥ ਹੈ ਜਿੱਥੇ ਆਕਾਰ ਨਹੀਂ, ਜਿੱਥੇ ਆ ਸਪੇਸ ਆਪਾਂ ਕਹਿੰਦੇ ਹੈ, ਤੇ ਇਹ ਵੀ ਇੱਕ ਤੱਤ ਹੀ ਹੈ, ਪਰ ਆਕਾਰ ਨਹੀਂ ਇਹਦਾ ਕੋਈ। ਪਰ ਜੇ ਸਪੇਸ ਨਾ ਹੋਏ, ਆਕਾਰ ਵੀ ਕਿੱਥੋਂ ਹੋਏਗਾ? ਧਰਤੀ ਵੀ ਕਿੱਥੇ, ਜੇ ਸਪੇਸ ਨਾ ਹੁੰਦਾ ਸੀ ਸਾਡਾ ਸਰੀਰ ਵੀ ਕਿੱਥੇ ਹੁੰਦਾ? ਉਹਦੇ ਕਰਕੇ ਸਾਡਾ ਵਜੂਦ ਹੈ, ਆਪਾਂ ਤੁਰਦੇ ਫਿਰਦੇ ਹਾਂ। ਹੁਣ ਦਿਸਦਾ ਨਹੀਂ ਹੈ ਆਕਾਸ਼, ਪਰ ਹੈ ਜ਼ਰੂਰ ਤੱਤ ਉਹਦਾ। ਗੁਰੂਦੇਵ ਕਹਿੰਦੇ ਨਿਰੰਕਾਰ ਵਾਹਿਗੁਰੂ ਜਿੱਥੇ ਆਕਾਰ ਕੋਈ ਵਜੂਦ ਨਹੀਂ। ਸੁੰਨ ਸਮਾਧੀ ਆਪ, ਸੁੰਨ ਸਮਾਧੀ ਦੀ ਉਹ ਅਵਸਥਾ ਜਦੋਂ ਕੋਈ ਵੀ ਰਚਨਾ ਨਹੀਂ ਹੁੰਦੀ। ਨਿਰਗੁਣ ਸਰਗੁਣ ਇਹ ਰਚਨਾ ਦੇ ਅਧੀਨ ਹੈ। ਸੁੰਨ ਸਮਾਧੀ ਜਿੱਥੇ ਕੋਈ ਰਚਨਾ ਨਹੀਂ ਕਿਸੇ ਰੂਪ ਦੀ। ਅਬ ਬਹੁਤ ਪਿੱਛੇ ਚਲੇ ਜਾਈਏ, ਧਰਤੀ ਨਹੀਂ ਸੀ, ਬਹੁਤ ਪਿੱਛੇ ਚਲੇ ਜਾਈਏ, ਆ ਸਾਡਾ ਮਿਲਕੀ ਵੇ ਵੀ ਨਹੀਂ ਸੀ। ਬਣਦਾ ਮਿਟਦਾ ਹੈ ਸੰਸਾਰ ਦਾ, ਕੁਦਰਤ ਦਾ ਵਜੂਦ ਬਣਦਾ ਮਿਟਦਾ ਹੈ। ਕੁਦਰਤ ਦਾ ਅਰਥ ਹੀ ਜਿਹਦੇ 'ਚ ਵਾਧਾ ਘਾਟਾ ਹੁੰਦਾ ਹੈ, ਜਿਹਦੇ 'ਚ ਤਬਦੀਲੀ ਹੁੰਦੀ ਹੈ। ਕਾਦਰ ਦਾ ਅਰਥ ਹੈ ਜਿਹਦੇ 'ਚ ਵਾਧਾ ਘਾਟਾ ਨਹੀਂ। ਜੋ ਚੀਜ਼ ਕੁਦਰਤ ਦੀ ਹੋਏਗੀ ਵਧੇ। ਸਰੀਰ ਕੁਦਰਤ ਦਾ ਹੈ, ਇੱਥੋਂ ਮਿਲਿਆ ਸਾਨੂੰ ਮਾਤਾ ਪਿਤਾ ਦੇ ਸੰਜੋਗ 'ਚੋਂ। ਇਹਦੇ 'ਚ ਵਾਧਾ ਘਾਟਾ। ਜੈਸੇ ਬਚਪਨ 'ਚ ਹੁੰਦੇ ਆ ਵੈਸੇ ਜਵਾਨੀ 'ਚ ਨਹੀਂ ਹੁੰਦੇ, ਜੈਸੇ ਜਵਾਨੀ 'ਚ ਵੈਸੇ ਬੁਢੇਪੇ 'ਚ ਨਹੀਂ ਹੁੰਦੇ। ਕਿੰਨੀ ਤਬਦੀਲੀ ਆਈ ਹੈ ਸਾਡੇ 'ਚ, ਬਦਲੇ ਹਨ ਆਪਾਂ। ਕੋਈ ਯਤਨ ਕਰੇ ਮੇਰਾ ਸਰੀਰ ਬਦਲੇ ਨਾ, ਕੋਈ ਯਤਨ ਕਰੇ। ਤਾਂ ਹੀ ਬਾਣੀ ਕਹਿਣ ਲੱਗੀ ਮਨੁੱਖ ਕਿਤਨਾ ਵੀ ਯਤਨ ਕਰੇ ਮੌਤ ਨੂੰ ਭੁਲਾ ਜ਼ਰੂਰ ਸਕਦਾ ਹੈ, ਮੁਕਾ ਨਹੀਂ ਸਕਦਾ ਕਦੇ ਵੀ। ਕਿਵੇਂ ਆਪਾਂ ਪ੍ਰਕਿਰਤੀ ਦੇ ਨਿਯਮ ਨੂੰ ਬਦਲ ਲਾਂਗੇ? ਉਹ ਸਾਰੀ ਕੁਦਰਤ 'ਤੇ ਲਾਗੂ ਹੈ ਨਿਯਮ। ਇਹਦੇ 'ਚ ਵਾਧਾ ਘਾਟਾ ਜ਼ਰੂਰ ਹੋਣਾ ਹੈ। ਤਾਂ ਹੀ ਰੱਬ ਦਾ ਪਿਆਰਾ ਪਹਿਲੋਂ ਕਬੂਲ ਕਰਦਾ ਇਸ ਗੱਲ ਨੂੰ। ਰੱਬ ਦੇ ਪਿਆਰੇ ਨੇ ਜ਼ਿੰਦਗੀ ਦਾ ਆਨੰਦ ਤਾਂ ਹੀ ਮਾਣਿਆ, ਉਹਨੇ ਹਰੇਕ ਹਾਲਾਤ ਵਿੱਚ ਇਹ ਕਬੂਲ ਕੀਤਾ ਹੈ। ਰੋਗ ਨੂੰ, ਵਾਧੇ ਘਾਟੇ, ਦੁੱਖ ਸੁੱਖ ਨੂੰ ਕਬੂਲ ਕੀਤਾ ਹੈ। ਪਰ ਅਸੀਂ ਇਹਦੇ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਜਿੰਨਾ ਚਿਰ ਤੱਕ ਜਿਉਂਦੇ ਹਾਂ ਦੁੱਖ ਸੁੱਖ ਹੋਏਗਾ, ਜਿੰਨਾ ਚਿਰ ਤੱਕ ਜਿਉਂਦੇ ਹਾਂ ਕੋਈ ਰੋਗ ਹੋਏਗਾ। ਮੁਰਦੇ ਨੂੰ ਕੋਈ ਰੋਗ ਨਹੀਂ ਲੱਗਦਾ, ਮੁਰਦੇ ਨੂੰ ਕੋਈ ਡਰ ਨਹੀਂ ਹੈ ਮੈਨੂੰ ਕੋਈ ਕਰੋਨਾ ਹੋਏ, ਕੋਈ ਬਿਮਾਰੀ ਲੱਗ ਜਾਏ, ਕਿਉਂਕਿ ਉੱਥੇ ਜੀਵਨ ਨਹੀਂ ਰਹਿ ਗਿਆ। ਜਿੰਨਾ ਚਿਰ ਤੱਕ ਜੀਵਨ ਹੈ ਚੀਜ਼ਾਂ ਵਰਤਣਗੀਆਂ। ਤਾਂ ਹੀ ਧਰਮੀਆਂ ਨੇ, ਤਾਂ ਹੀ ਸਾਹਿਬ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੂੰ ਪਹਿਲੋਂ ਕਬੂਲ ਕਰਕੇ ਤੁਰ। ਜੇ ਤੇਰਾ ਸਰੀਰ ਇਸ ਕੁਦਰਤ ਵਿੱਚ ਹੈ, ਫਿਰ ਕੁਦਰਤ ਦੇ ਨਿਯਮ ਇਹਦੇ 'ਤੇ ਜ਼ਰੂਰ ਵਰਤਣਗੇ। ਜੋ ਜਨਮੈ ਸੋ ਜਾਣੋ ਮੂਆ। ਜਿਹੜਾ ਕੁਦਰਤ ਮੁਤਾਬਕ ਜਨਮਿਆ, ਕੁਦਰਤ ਮੁਤਾਬਕ ਉਹ ਮਰੇਗਾ ਵੀ ਜ਼ਰੂਰ। ਸੋ ਨਿਯਮ ਹੈ, ਆਪਾਂ ਇਹਨੂੰ ਬਦਲ ਨਹੀਂ ਸਕਦੇ। ਹਾਂ, ਮੌਤ ਨੂੰ ਆਪਾਂ ਭੁਲਾ ਸਕਦੇ ਹਾਂ। ਬੜੇ ਸਾਧਨ ਨੇ ਸਾਡੇ ਕੋਲ, ਬਾਜ਼ਾਰ ਦੀਆਂ ਬੜੀਆਂ ਚੀਜ਼ਾਂ ਰੱਖ ਲਈਆਂ ਵੀ ਮੌਤ ਚੇਤੇ ਹੀ ਨਾ ਆਏ। ਬੜੇ ਮਨੋਰੰਜਨ ਦੇ ਸਾਧਨ ਨੇ, ਪਰ ਗੁਰਮੁਖੋ ਭਾਵੇਂ ਭੁਲਾਤਾ ਮੌਤ ਨੇ, ਪਰ ਮੁਕਾ ਤਾਂ ਨਹੀਂ ਨਾ ਸਕੇ ਆਪਣਾ। ਕਬੀਰ ਵੈਦ ਕਹੈ ਹੋਂ ਹੀ ਭਲਾ, ਦਾਰੂ ਮੇਰੇ ਵਸ ਇਹ ਤੋਂ ਬਸਤ ਗੋਪਾਲ ਕੀ ਜਬ ਪਾਵੈ ਲੈ ਖਾਸਾ। ਤੋ ਕਿਸੇ ਵੀ ਰੂਪ ਅੰਦਰ ਸਰਗੁਣ ਵਿੱਚ ਤਬਦੀਲੀ ਨੂੰ ਅਸੀਂ ਨਹੀਂ ਰੋਕ ਸਕਦੇ, ਉਹ ਰਹੇਗੀ ਜ਼ਰੂਰ। ਪਰ ਸਰਗੁਣ ਦੇ ਵਿੱਚ ਜਿਹੜਾ ਨਿਰਗੁਣ ਵਰਤ ਰਿਹਾ, ਉਹਦੀ ਸੱਤਾ ਸਦੀਵੀ ਹੈ। ਤੋ ਸਤਿਗੁਰੂ ਸਰਗੁਣ ਨਿਰਗੁਣ ਦੀ ਜਿੱਥੇ ਗੱਲ ਕਰਨਗੇ, ਉੱਥੇ ਇਹ ਵਜੂਦ, ਇਹ ਪਸਾਰੇ, ਇਸ ਰਚਨਾ, ਇਸ ਕੁਦਰਤ ਦੀ ਗੱਲ ਹੈ। ਜਦੋਂ ਸੁੰਨ ਸਮਾਧੀ ਦੀ ਗੱਲ ਆਉਂਦੀ, ਉਦੋਂ ਭਾਵ ਕੋਈ ਰਚਨਾ ਨਹੀਂ। ਐਸਾ ਵੀ ਸਮਾਂ ਸੀ, ਪਰ ਸਾਨੂੰ ਨਹੀਂ ਪਤਾ ਕਿਹੜਾ ਸੀ, ਪਰ ਸੀ ਜ਼ਰੂਰ ਜਦੋਂ ਧਰਤੀ ਦਾ ਵਜੂਦ ਸ਼ੁਰੂ ਹੋਇਆ। ਪਰ ਸਮੇਂ ਤੋਂ ਵੀ ਪਹਿਲਾਂ ਜਦੋਂ ਕੋਈ ਸਮਾਂ ਨਹੀਂ ਸੀ, ਕਿਉਂਕਿ ਸਮਾਂ ਵੀ ਤੇ ਉਦੋਂ ਹੀ ਹੈ ਨਾ ਜਦੋਂ ਆਕਾਰ ਹੈ, ਜਦੋਂ ਹੋਂਦ ਹੈ। ਤੇ ਜਦੋਂ ਕੋਈ ਆਕਾਰ ਵਜੂਦ ਨਹੀਂ ਸੀ, ਜਦੋਂ ਸਮੇਂ ਦੀ ਵੀ ਕੋਈ ਹੋਂਦ ਨਹੀਂ ਸੀ, ਉਦੋਂ ਵੀ ਵਾਹਿਗੁਰੂ ਤੇਰੀ ਹੋਂਦ ਸੀ, ਜਿਹਨੂੰ ਬਾਣੀ ਸੁੰਨ ਸਮਾਧ ਕਹਿੰਦੀ ਹੈ।
ਅਰਬਦ ਨਰਬਰ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਉਪਾਰਾ। ਨਾ ਚੰਦ ਨਾ ਸੂਰਜ, ਕਿਉਂਕਿ ਸਾਡੇ ਕੋਲ ਦੋ ਕੈਲੰਡਰ ਨੇ, ਇੱਕ ਸੂਰਜੀ ਇੱਕ ਚੰਦਰ ਕੈਲੰਡਰ ਹੈ, ਦੋ ਕੈਲੰਡਰ ਨੇ। ਬਾਣੀ 'ਚ ਜਿਹੜਾ 12 ਮਾਹ ਆਇਆ ਉਹ ਸੂਰਜੀ ਕੈਲੰਡਰ ਮੁਤਾਬਕ, ਜਿਹਨੂੰ ਆਪਾਂ ਸੰਕਰਾਂਤ ਕਹਿੰਦੇ ਹਾਂ। ਇੱਕ ਚੰਦਰ ਕੈਲੰਡਰ ਜਿੱਥੇ ਸੁਦੀ ਵਧੀ, ਤੇ ਸਾਡੇ ਝਗੜਾ ਹੀ ਹੈ, ਮਾਫ ਕਰਨਾ ਮੈਂ ਵਿੱਚੋਂ ਨਿਕਲ ਕੇ ਬੇਨਤੀ ਕਰ ਰਿਹਾ, ਸਾਡੇ 'ਚ ਝਗੜਾ ਤਾਂ ਕਰਕੇ ਹੈ, ਅਸੀਂ ਸੂਰਜੀ ਕੈਲੰਡਰ ਹੈ ਪਰ ਉਹਦੇ 'ਚ ਆਪਾਂ ਚੰਦਰ ਕੈਲੰਡਰ ਮਿਕਸ ਕੀਤਾ ਹੋਇਆ ਹੈ, ਤਾਂ ਕਰਕੇ ਥੋੜ੍ਹੇ ਜਿਹੇ, ਖੈਰ ਉਹ ਵੱਖਰਾ ਵਿਸ਼ਾ ਹੈ। ਪਰ ਮੇਰੇ ਕਹਿਣ ਤੋਂ ਮੁਰਾਦ ਸਾਡੇ ਕੋਲ ਸਮੇਂ ਨੂੰ ਮਾਪਣ ਦੇ ਦੋ ਸਰੋਤ ਨੇ, ਸੂਰਜ ਤੇ ਚੰਦਰਮਾ, ਜਿੱਥੋਂ ਸਮੇਂ ਦੀ ਹੋਂਦ ਆਪਾਂ ਵੇਖਦੇ ਹਾਂ। ਤੋ ਸਾਹਿਬ ਕਹਿੰਦੇ ਜਦੋਂ ਨਾ ਸੂਰਜ ਸੀ ਨਾ ਚੰਦਰਮਾ ਸੀ, ਸੁੰਨ ਸਮਾਧ ਲਗਾਏਂਦਾ। ਗੁਰਦੇਵ ਕਹਿੰਦੇ ਉਹ ਅਵਸਥਾ ਸੁੰਨ ਸਮਾਧ ਦੀ, ਜਿੱਥੇ ਕੋਈ ਵਜੂਦ ਨਹੀਂ ਸੰਸਾਰ ਦਾ, ਕੁਦਰਤ ਦਾ, ਪਰ ਕਾਦਰ ਦਾ ਵਜੂਦ ਸਦਾ ਰਹਿਣ ਵਾਲਾ ਹੈ। ਉਹਦੀ ਹੋਂਦ ਕਿਉਂਕਿ ਸਮੇਂ ਨਾਲ ਵੱਜੀ ਹੋਈ ਨਹੀਂ ਨਾ। ਤੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਰਗੁਣ ਨਿਰਗੁਣ ਨਿਰੰਕਾਰ ਆਕਾਰ ਤੋਂ ਰਹਿ, ਸੁੰਨ ਸਮਾਧੀ ਆਪ। ਸੁੰਨ ਦਾ ਅਰਥ ਹੈ ਸ਼ੂਨਯ, ਜਿਵੇਂ ਆਪਾਂ ਬਿੰਦੂ ਸਿਫਰ, ਜਿੱਥੇ ਹੋਰ ਕਿਸੇ ਦੀ ਗੁੰਜਾਇਸ਼ ਨਹੀਂ ਹੈ। ਵੈਸੇ ਸੁੰਨ ਸ਼ਬਦ ਇਹ ਬੋਧ ਮਤ ਚੋਂ ਆਇਆ ਹੈ, ਉਹਨਾਂ ਨੇ ਸੁੰਨ ਸਮਾਧੀ। ਤੇ ਸੁੰਨ ਦਾ ਅਰਥ ਹੈ ਸ਼ੂਨਯ, ਜਿਵੇਂ ਸਿਫਰ ਜਾਂ ਬਿੰਦੂ, ਉਹਦਾ ਅਰਥ ਹੁੰਦਾ ਜਿਹਦੇ 'ਚ ਕਿਸੇ ਅੰਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੁਣ। ਸੁੰਨ ਦਾ ਅਰਥ ਹੈ ਜਿੱਥੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਗੁੰਜਾਇਸ਼ ਨਹੀਂ ਹੈ। ਗੁਰਮਤਿ ਵਿੱਚ ਸੁੰਨ ਜਿੱਥੇ ਅਰਥ ਹੈ ਉਹੀ ਉਹ ਹੋਏ। ਸੁੰਨ ਸਮਾਧੀ ਦਾ ਵੀ ਅਰਥ ਹੁੰਦਾ ਹੈ ਜਦੋਂ ਸਾਡੇ ਜੀਵਨ ਕਿਸੇ ਰੱਬ ਦੇ ਪਿਆਰੇ ਦੇ ਜੀਵਨ 'ਚ ਵਰਦੀ ਹੈ, ਉਹਦਾ ਅਰਥ ਹੁੰਦਾ ਹੈ ਉਸ ਮਾਲਕ ਤੋਂ ਬਿਨਾਂ ਹੋਰ ਕੋਈ ਫੁਰਨਾ ਨਹੀਂ ਉੱਥੇ। ਓਰਾ ਅਗਰ ਪਾਣੀ ਪਿਆ ਜਾਏ ਮਿਲਿਓ ਢੁੱਲ ਕੂਲ, ਭਗਤ ਕਬੀਰ ਜੀ ਕਹਿੰਦੇ। ਭਗਤ ਕਬੀਰ ਜੀ ਕਹਿੰਦੇ ਇੱਕ ਓਰਾ, ਓਰਾ ਦਾ ਅਰਥ ਹੈ ਔਲਾ। ਔਲਾ ਸ਼ਬਦ ਵੀ ਆਪਾਂ ਗੜੇ ਨੂੰ ਕਹਿੰਦੇ, ਵੈਸੇ ਬਾਂਗਰ ਦੀ ਬੋਲੀ ਹੈ। ਔਲਾ ਕਹਿੰਦੇ ਨੇ ਗੜੇ ਨੂੰ। ਭਗਤ ਜੀ ਕਹਿੰਦੇ ਪਹਿਲੋਂ ਗੜਾ ਸੀ, ਜਦੋਂ ਹਵਾ ਲੱਗੀ ਉਹ ਫਿਰ ਪਾਣੀ ਬਣ ਗਿਆ। ਇਸੇ ਤਰ੍ਹਾਂ ਜੀਵਨ ਬੜਾ ਮਾਇਆਵਾਦੀ ਹੈ ਬਾਹਰੀ ਤੌਰ 'ਤੇ, ਜਦੋਂ ਗੁਰੂ ਗਿਆਨ ਦੀ ਤਪਸ਼ ਪੈਂਦੀ ਹੈ ਫਿਰ ਆਪਣੇ ਵਜੂਦ ਵਿੱਚ ਜਾ ਕੇ ਰਲ ਆਉਂਦਾ, ਉੱਥੇ ਅਵਸਥਾ ਬਣਦੀ ਸੁੰਨ ਸਮਾਧ ਦੀ, ਭਾਵ ਉਹਦੇ ਤੋਂ ਬਿਨਾਂ ਕੋਈ ਨਾ ਹੋਏ। ਤੋ ਖੈਰ ਤਿੱਥੇ ਸੁੰਨ ਸਮਾਧ ਦੇ ਅਰਥ ਨੇ ਅਫੁਰ ਅਵਸਥਾ, ਜਿੱਥੇ ਉਹੀ ਹੋ, ਨਾ ਕੋਈ ਸਮਾਂ ਨਾ ਦਿਨ ਨਾ ਰਹਿਣ, ਕੁਝ ਵੀ ਨਹੀਂ। ਸਾਹਿਬ ਆਖਦੇ ਨੇ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਗੁਰਦੇਵ ਕਹਿੰਦੇ ਮਾਲਕ ਨੇ ਆਪਣੇ ਆਪ ਤੋਂ ਹੀ ਆਪ ਪੈਦਾ ਕੀਤੇ, ਆਪਣੇ ਆਪ ਤੋਂ ਹੀ ਇਹ ਵਜੂਦ ਬਣੇ ਹੈ, ਕਿਸੇ ਦੀ ਲੋੜ ਨਹੀਂ ਪਈ। ਘੁਮਿਆਰ ਆਪਣੇ ਆਪ ਤੋਂ ਘੜਾ ਨਹੀਂ ਬਣਾ ਸਕਦਾ ਜਿੰਨਾ ਚਿਰ ਤੱਕ ਮਿੱਟੀ ਨਾ ਹੋਏ। ਇੱਕ ਮਿੱਟੀ ਆਪਣੇ ਆਪ ਘੜਾ ਨਹੀਂ ਬਣ ਸਕਦੀ ਜਿੰਨਾ ਚਿਰ ਤੱਕ ਘੁਮਿਆਰ ਨਾ ਹੋਏ। ਹੈ ਘੁਮਿਆਰ ਕਰਤਾ, ਪਰ ਕਰਤਾ ਪੁਰਖ ਨਹੀਂ ਹੋ ਸਕਦਾ ਕਦੇ ਵੀ। ਚਲੋ ਘੁਮਿਆਰ ਨੇ ਘੜੇ ਤੋਂ, ਮਿੱਟੀ ਤੋਂ ਘੜਾ ਬਣਾਤਾ, ਪਰ ਘੜੇ ਵਿੱਚ ਘੁਮਿਆਰ ਨਹੀਂ ਕਦੇ ਬਹਿ ਸਕਦਾ। ਸੰਸਾਰ ਵਿੱਚ ਠੀਕ ਹੈ ਕਰਤਾ ਹੋ ਸਕਦਾ ਹੈ ਮਨੁੱਖ, ਪਰ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਹੀ ਹੈ। ਆ ਕੋਈ ਇਸ ਮਾਈਕ ਦਾ ਕਰਤਾ ਹੋਏਗਾ, ਪਰ ਪਤਾ ਨਹੀਂ ਉਹ ਕਿੱਥੇ ਹੈ ਕਿ ਨਹੀਂ ਹੈ। ਮਾਈਕ ਕਿੱਥੇ ਹੈ? ਕਿਸੇ ਨੇ ਬਿਲਡਿੰਗ ਬਣਾਈ ਹੋਏਗੀ, ਪਤਾ ਨਹੀਂ ਉਹ ਮਿਸਤਰੀ ਕਿੱਥੇ ਹੈ ਕਿ ਨਹੀਂ ਹੈ। ਪਰ ਵਾਹਿਗੁਰੂ ਤੂੰ ਕਰਤਾ ਪੁਰਖ ਹੈ, ਆਪਣੇ ਆਪ ਤੋਂ ਬਣਾ ਕੇ ਆਪ ਹੀ ਵਿੱਚ ਸਮਾ ਜਾਂਦਾ, ਆਪ ਹੀ ਤੇਰਾ ਵਜੂਦ ਵਿੱਚ ਹੈ, ਤੈਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਪਈ। ਗੁਰਬਾਣੀ ਦੇ ਅਨੁਸਾਰ ਜੇ ਆਪਾਂ ਵੇਖਦੇ ਹਾਂ, ਆਪੇ ਹੀ ਫਿਰ ਜਾ ਪ੍ਰਗਟ ਹੋਇਆ ਆਪਣੇ ਆਪ ਤੋਂ ਆਪ, ਤੇ ਆਪਣੀ ਵਡਿਆਈ ਉਹਦੇ ਆਪ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਤੋ ਸਤਿਗੁਰ ਨੇ ਅੱਗੇ ਇਸ ਅਸ਼ਟਪਦੀ ਦੇ ਅੰਦਰ ਪਹਿਲੋਂ ਸੁੰਨ ਸਮਾਧ ਦਾ ਜ਼ਿਕਰ ਕੀਤਾ, ਜਿੱਥੇ ਕੁਛ ਵੀ ਨਹੀਂ, ਪਹਿਲੇ 4 ਪਦੇ। ਫਿਰ ਸਤਿਗੁਰਾਂ ਨੇ ਉਸ ਤੋਂ ਬਾਅਦ ਸਰਗੁਣ ਨਿਰਗੁਣ, ਜਿੱਥੋਂ ਸੱਤਾ ਆ ਸੰਸਾਰ ਵਜੂਦ, ਉਹਦਾ ਜ਼ਿਕਰ ਕੀਤਾ। ਸੋ ਆਓ ਆਪਾਂ ਆਖਰੀ ਅਰਥ ਸਾਂਝੇ ਕਰਦੇ ਹਾਂ, ਕਿਉਂਕਿ ਮੂਲ ਵਿਚਾਰ ਆਪਾਂ ਸਾਂਝੀ ਕੀਤੀ ਹੈ। ਸਾਹਿਬ ਕਹਿੰਦੇ ਅਸ਼ਟਪਦੀ
ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਹੁਣ ਸਤਿਗੁਰੂ ਜ਼ਿਕਰ ਕਰਦੇ ਨੇ ਸੁੰਨ ਸਮਾਧੀ ਦਾ। ਜਦੋਂ ਸਾਹਿਬ ਕਹਿੰਦੇ ਕੋਈ ਆਕਾਰ ਨਹੀਂ, ਕੋਈ ਵਜੂਦ ਨਹੀਂ ਬਾਹਰੀ ਤੌਰ ਤੇ, ਕੋਈ ਹਸਤੀ ਨਹੀਂ, ਪਾਪ ਪੁੰਨ ਤਬ ਕਾਂ ਤੇ ਹੋਤਾ। ਉੱਥੋਂ ਦੱਸੋ ਪਾਪ ਪੁੰਨ ਕਿੱਥੇ ਹੋਣਾ ਸੀ? ਉਦੋਂ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਕਿੱਥੇ ਹੋ ਸਕਦਾ ਸੀ ਜਦੋਂ ਕੋਈ ਵਜੂਦ ਹੀ ਨਹੀਂ ਹੈ, ਬਾਹਰ ਹੀ ਕੋਈ ਹੋਂਦ ਹੀ ਨਹੀਂ। ਇਹ ਤੇ ਤਾਂ ਹੈ ਨਾ ਜਦੋਂ ਸਾਡੇ ਕਰਕੇ ਹੀ ਹੈ ਨਾ ਆ ਵਜੂਦ ਬਣਿਆ, ਜਿੱਥੋਂ ਸੁੱਖ ਦੁੱਖ ਬਣਿਆ, ਜੰਮਣ ਮਰਨ ਬਣਿਆ, ਪਾਪ ਪੁੰਨ ਬਣਿਆ। ਜਦੋਂ ਹੈ ਹੀ ਸਾਹਿਬ ਕਹਿੰਦੇ ਕੁਝ ਨਹੀਂ। ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਤੁਲਨਾ ਉੱਥੇ ਹੁੰਦੀ ਜਿੱਥੇ ਕੋਈ ਦੂਜਾ ਹੋਏ ਬਰਾਬਰ, ਬਿਲਕੁਲ ਉੱਥੇ ਜਦੋਂ ਤੁਲਨਾ ਬਰਾਬਰ ਹੈ ਫਿਰ ਆਪਾਂ ਕਹਿ ਸਕਦੇ ਛੋਟਾ ਹੈ ਵੱਡਾ ਹੈ, ਬਰਾਬਰ ਹੈ ਨਾ ਕੋਈ। ਪਰ ਜਦੋਂ ਹੈ ਹੀ ਕੋਈ ਨਹੀਂ ਬਰਾਬਰ, ਕਿਵੇਂ ਕਹਿ ਸਕੇ? ਵੈਰ ਵਿਰੋਧ ਵੀ ਕਿਸੇ ਸ਼ਰੀਕੇ ਦੂਜੇ ਨਾਲ ਕੀਤਾ ਜਾ, ਜੇ ਦੂਜਾ ਹੈ ਹੀ ਨਹੀਂ ਕੋਈ, ਉੱਥੇ ਵੈਰ ਵਿਰੋਧ ਵੀ ਕਾਹਦਾ? ਸਾਹਿਬ ਕਹਿੰਦੇ ਜਬ ਧਾਰੀ ਆਪਨ ਸੁਨ ਸਮਾਦ ਤਬ ਵੈਰ ਵਿਰੋਧ ਕਿਸ ਸੰਗ ਕਮਾਤ। ਉੱਥੇ ਕੋਈ ਸਾਹਿਬ ਕਹਿੰਦੇ ਵੈਰ ਵਿਰੋਧ ਨਹੀਂ, ਕੋਈ ਸੰਘਰਸ਼ ਨਹੀਂ। ਸੰਘਰਸ਼ ਦੋ ਦੇ ਵਿੱਚ ਹੁੰਦਾ ਹੈ, ਇਕੱਲੇ 'ਚ ਕੋਈ ਸੰਘਰਸ਼ ਨਹੀਂ ਹੈ। ਟਕਰਾਅ ਦੋ 'ਚੋਂ ਪੈਦਾ ਹੁੰਦਾ ਹੈ। ਜਿੰਨਾ ਚਿਰ ਤੱਕ ਦਵੈਤ ਹੈ ਨਾ ਸਾਡੇ ਅੰਦਰ, ਬੜੇ ਟਕਰਾਅ ਨੇ, ਬੜੀ ਚਿੰਤਾ ਹੈ, ਬੜੇ ਦੁੱਖ ਨੇ। ਸਵਾਮੀ ਰਾਮ ਤੀਰਥ ਮਨ 'ਚ ਟਕਰਾਅ ਸੀ, ਦੁਬਦਾ ਸੀ। ਸਵਾਮੀ ਰਾਮ ਤੀਰਥ ਭਿਖਿਆ ਲੈਣ ਗਿਆ ਕਿਸੇ ਘਰੋਂ, ਕੋਈ ਬੀਬੀ ਔਖਲੀ 'ਚ ਡੰਡੇ ਕੁੰਡੇ 'ਚ ਕੁਝ ਕੁੱਟ ਰਹੀ ਸੀ। ਕਹਿਣ ਲੱਗੇ ਸਾਧੂ ਜੀ ਰੁਕ ਜਾਓ, ਮੈਂ ਕੁਝ ਸਮੇਂ ਬਾਅਦ ਵਿਹਲੀ ਹੋ ਕੇ ਤੁਹਾਨੂੰ ਭੀਖ ਦੇਵਾਂਗੀ, ਭਿਖਿਆ ਦੇਵਾਂਗੀ। ਉਹ ਬੀਬੀ ਦੇ ਹੱਥ ਵਿੱਚ ਕੱਚ ਦੀਆਂ ਚੂੜੀਆਂ ਨੇ। ਸੋਚਿਆ ਸਾਧੂ ਬਾਹਰ ਆਇਆ, ਛੇਤੀ ਛੇਤੀ ਮੈਂ ਕੰਮ ਨਿਬੇੜ ਲਵਾਂ। ਤੋ ਹੱਥ ਦੀਆਂ ਚੂੜੀਆਂ ਛਣਕਦੀਆਂ ਨੇ, ਖੜਕਦੀਆਂ ਨੇ, ਟੁੱਟਦੀਆਂ ਨੇ। ਸਵਾਮੀ ਨੇ ਵੇਖਿਆ ਟੁੱਟਦੀਆਂ, ਜਦੋਂ ਇੱਕ ਚੂੜੀ ਰਹਿ ਗਈ ਕੋਈ ਆਵਾਜ਼ ਵੀ ਨਹੀਂ ਰਹਿ ਗਈ, ਕੋਈ ਟਕਰਾਅ ਵੀ ਨਹੀਂ ਰਹਿ ਗਿਆ, ਕੋਈ ਟੁੱਟਣਾ ਭੱਜਣਾ ਵੀ ਨਹੀਂ ਰਹਿ ਗਿਆ। ਉਹ ਸਵਾਮੀ ਰਾਮ ਤੀਰਥ ਕਹਿਣ ਲੱਗੇ ਮਾਈ ਤੇਰੇ ਕੋਲੋਂ ਮੈਨੂੰ ਬਹੁਤ ਵੱਡੀ ਭਿਖਿਆ ਮਿਲ ਗਈ ਹੈ। ਜਿੰਨਾ ਚਿਰ ਤੱਕ ਦਵੈਤ ਰਹੇਗੀ ਬੜਾ ਦੁੱਖ ਚਿੰਤਾਵਾਂ ਰਹਿਣਗੀਆਂ। ਜਦੋਂ ਜੀਵਨ 'ਚ ਇੱਕੋ ਹੀ ਮਾਲਕ ਰਹਿ ਜਾਏ ਉੱਥੇ ਕੋਈ ਦੁੱਖ ਨਹੀਂ ਰਹਿ ਜਾਣਾ। ਟਕਰਾਅ ਪੈਦਾ ਹੀ ਦਵੈਤ 'ਚੋਂ ਪੈਦਾ ਹੁੰਦਾ, ਦੂਜੇ 'ਚੋਂ ਪੈਦਾ। ਜਦੋਂ ਦੂਜਾ ਕੋਈ ਰਹੇ ਹੀ ਨਹੀਂ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਜਦੋਂ ਉਹੀ ਦਿਸਦਾ ਉਹੀ ਸੁਣਦਾ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਇਹ ਅਵਸਥਾ ਹੈ ਰੱਬ ਦੇ ਪਿਆਰਿਆਂ ਦੀ। ਖੈਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋ ਕਹੋ ਕਿਸੇ ਵਿਆਪਤ। ਵਰਨ ਦਾ ਅਰਥ ਹੈ ਰੰਗ, ਚਿੰਨ, ਵਜੂਦ। ਜਦੋਂ ਗੁਰਦੇਵ ਕਹਿੰਦੇ ਬਾਹਰ ਹੀ ਕੋਈ ਵਰਨ ਚਿੰਨ ਹੀ ਨਹੀਂ, ਕੋਈ ਰੂਪ ਨਹੀਂ, ਕੋਈ ਨਕਸ਼ੀ ਨਹੀਂ, ਕੋਈ ਨੈਣ ਨਹੀਂ, ਕੋਈ ਵਜੂਦ ਹੀ ਨਹੀਂ, ਉੱਥੇ ਹਰਖ ਸੋਗ ਕਿੱਥੋਂ ਵਿਆਪੇਗਾ? ਹਰਖ ਸੋਗ ਵੀ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਾਡੇ ਕੋਲ ਸਰੀਰ ਹੈ। ਆਤਮਾ ਕਦੇ ਨਹੀਂ ਦੁੱਖ ਮਨਾਉਂਦੀ। ਅਸ਼ਾਂਤ ਸਾਡਾ ਮਨ ਤੱਕ ਹੁੰਦੀ ਹੈ ਸ਼ਾਂਤੀ। ਆਤਮਾ ਕਦੇ ਸ਼ਾਂਤ ਨਹੀਂ ਹੁੰਦਾ। ਜੇ ਆਪਾਂ ਵੇਖੀਏ ਉਹ ਤੇ ਰੱਬ ਦਾ ਸਰੂਪ ਹੈ, ਉਹ ਤੇ ਉਹਦੀ ਹੋਂਦ ਚੋਂ ਪ੍ਰਗਟ ਹੋਇਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਦੋਂ ਵਾਹਿਗੁਰੂ ਤੇਰੀ ਸੁਨ ਸਮਾਧੀ ਅਵਸਥਾ ਹੈ ਤਾਂ ਸਾਹਿਬ ਆਖਦੇ ਤਬ ਹਰਖ ਸੋ ਕਉ ਕਿਸੇ ਵਿਆਪਤ, ਜਿੱਥੇ ਕੋਈ ਵਰਨ ਚਿੰਨ ਨਹੀਂ, ਰੂਪ ਰੰਗ ਹੀ ਨਹੀਂ। ਜਬ ਆਪਨ ਆਪ ਆਪ ਪਾਰ ਬ੍ਰਹਮ, ਜਦੋਂ ਆਪ ਹੀ ਆਪ ਹੈ, ਦਵੈਤ ਹੈ ਹੀ ਨਹੀਂ ਕੋਈ, ਦੂਜਾ ਹੈ, ਤਬ ਮੋਹ ਕਹਾਂ ਕਿਸ ਹੋਵਤ ਪਰਮ। ਉੱਥੇ ਕਾਹਦਾ ਮੋਹ, ਉੱਥੇ ਕਾਹਦਾ ਪਰਮ। ਵਾਹਿਗੁਰੂ ਸੁਨ ਸਮਾਧੀ ਅਵਸਥਾ, ਹਾਂ ਠੀਕ ਹੈ, ਬ੍ਰਹਮ ਗਿਆਨੀ ਦੇ ਸਰੀਰ 'ਚ ਰਹਿੰਦਿਆਂ ਵੀ ਅਵਸਥਾ ਵਾਪਰਦੀ ਹੈ। ਇਹ ਮਾਲਕ ਦੀ ਅਵਸਥਾ ਹੈ। ਗੁਰੂ ਸ਼ਬਦ ਸਿਮਰਨ ਦੇ ਅਭਿਆਸ ਨਾਲ ਬ੍ਰਹਮ ਗਿਆਨੀ ਪਹੁੰਚਦਾ ਹੈ ਇਸ ਅਵਸਥਾ ਤੱਕ ਜਿੱਥੇ ਕੋਈ ਭਰਮ ਨਹੀਂ ਰਹਿ ਗਿਆ, ਕੋਈ ਮੋਹ ਨਹੀਂ ਰਹਿ ਗਿਆ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ।
ਗੁਰਦੇਵ ਕਹਿੰਦੇ ਜਿੱਥੇ ਵਾਹਿਗੁਰੂ ਦੀ ਉਹ ਅਗੰਮੀ ਖੇਡ, ਜਿੱਥੇ ਆਪ ਹੀ ਆਪ, ਜਿੱਥੇ ਕੋਈ ਦੂਜਾ ਨਹੀਂ। ਨਾਨਕ ਕਰਨੈ ਹਾਰ ਨਾ ਦੂਜਾ, ਕੋਈ ਦੂਜਾ ਨਹੀਂ। ਹਾਂ, ਰੱਬ ਦੇ ਪਿਆਰੇ ਗੁਰਮੁਖ ਜਨ ਸਰੀਰ 'ਚ ਰਹਿੰਦਿਆਂ ਵੀ ਉਸ ਮੰਡਲ ਤੱਕ ਪਹੁੰਚਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਜ਼ਿਕਰ ਕੀਤਾ ਹੈ ਬਾਣੀ 'ਚ। ਉਹ ਪਤਾ ਦੱਸਿਆ ਜਿਹੜਾ ਨੈਵੀਗੇਸ਼ਨ 'ਚੋਂ ਸਾਨੂੰ ਨਹੀਂ ਲੱਭਣਾ, GPS ਸਿਸਟਮ 'ਚੋਂ ਸਾਨੂੰ ਨਹੀਂ ਲੱਭਣਾ। ਉਹ ਕੋਈ ਕਹੇ ਵੀ ਮੈਂ ਦੁਨੀਆ 'ਚ ਲੱਭ ਲਵਾਂ, ਉਹ ਨਹੀਂ ਲੱਭਿਆ ਜਾ ਸਕਦਾ। ਪਰ ਇੱਕ ਪੱਕਾ ਐਡਰੈਸ ਦੱਸਿਆ ਭਗਤ ਜੀ ਨੇ, ਜਿੱਥੇ ਭਗਤ ਜਨ ਸੰਤ ਜਨ ਰਹਿੰਦੇ ਨੇ। ਉਹ ਆਤਮਿਕ ਅਵਸਥਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਅਬ ਮੋਹੇ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਮੂਰ। ਉਹ ਅਵਸਥਾ ਹੈ ਭਗਤ ਜੀ ਕਹਿਣ ਲੱਗੇ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਮਨਾ ਸੇਮ ਏਕ ਸੁਆਈ ਖੈਰ। ਤੋ ਜਿੱਥੇ ਗੁਰਦੇਵ ਜੀ ਕਹਿੰਦੇ ਰੱਬ ਦੇ ਪਿਆਰੇ ਭਗਤ ਜਨ ਵਰਦੇ ਨੇ, ਜਿੱਥੇ ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ। ਸਤਿਗੁਰ ਅੱਗੇ ਆਖਦੇ ਨੇ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਉ ਕਿਸ ਕੋ ਗਨੀ। ਜਦੋਂ ਆਪ ਹੀ ਆਪ ਉਹਦਾ ਵਜੂਦ ਹੈ, ਨਾ ਕੋਈ ਧਰਤੀ, ਨਾ ਸੂਰਜ, ਨਾ ਚੰਦਰਮਾ। ਸੰਸਾਰ ਤੇ ਬਣਦਾ ਮਿਟਦਾ ਹੈ। ਕਿੰਨੀ ਵਾਰ ਬਣਿਆ, ਕਈ ਵਾਰ ਕੀਓ ਪਸਾਰਾ। ਇੱਕ ਵਾਰ ਨਹੀਂ, ਕਿੰਨੇ ਵਾਰ। ਤੇ ਕਿੰਨੇ ਵਾਰ ਇਹ ਘਟਨਾ ਵਾਪਰਨੀ ਹੈ। ਵਾਪਰਦੀ ਆਈ ਹੈ, ਲਹਿਰ ਬਣਦੀ ਮਿਟਦੀ ਰਹਿੰਦੀ ਹੈ। ਨਾ ਕਦੇ ਸਦਾ ਲਹਿਰ ਬਣੀ ਰਹੀ ਹੈ ਤੇ ਨਾ ਕਦੇ ਉਹ ਸਦਾ ਮਿਟੀ ਰਹੀ ਹੈ। ਉਹ ਬਣਦੀਆਂ ਰਹਿੰਦੀਆਂ ਨੇ। ਰੱਬੀ ਸੱਤਾ ਚੋਂ, ਉਸ ਦੀ ਸ਼ਕਤੀ ਚੋਂ, ਹੋਂਦ ਚੋਂ ਇਹ ਪਸਾਰਾ ਇਸੇ ਤਰ੍ਹਾਂ ਬਣਦਾ। ਤਾਂ ਹੀ ਬਾਣੀ ਕਹਿੰਦੀ ਅਨਹੋਣੀ ਨਹੀਂ ਹੈ। ਅਨਨੈਚੁਰਲ ਬਾਣੀ ਮੁਤਾਬਕ ਮੌਤ ਜਾਂ ਜਨਮ ਨਹੀਂ ਹੈ। ਆਪਾਂ ਕਹਿ ਦਿੰਦੇ ਮੌਤ ਅਣਹੋਣੀ ਹੈ। ਬਾਣੀ ਮੁਤਾਬਕ ਤੇ ਕੁਝ ਵੀ ਅਨਕੁਦਰਤੀ ਨਹੀਂ ਹੁੰਦਾ। ਸਾਹਿਬ ਕਹਿੰਦੇ ਹੋਰਾਂ ਹੈ ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ, ਥਿਰ ਨਹੀਂ ਕੋਏ। ਗੁਰਦੇਵ ਕਹਿੰਦੇ ਸਵਰ ਸੰਸਾਰ ਦਾ ਮਾਰਗ ਹੀ ਇਸ ਰੂਪ ਦਾ ਹੈ। ਇੱਥੇ ਅਨਕੁਦਰਤੀ ਨਹੀਂ ਹੈ, ਤੇ ਮੌਤ ਤੋਂ ਵੱਡੀ ਕੋਈ ਕੁਦਰਤੀ ਚੀਜ਼ ਨਹੀਂ ਹੋ ਸਕਦੀ। ਬਹੁਤ ਸਟੀਕ ਰੱਬ ਦਾ ਨਿਯਮ ਹੈ। ਤੋ ਗੁਰਦੇਵ ਕਹਿੰਦੇ ਪਸਾਰਾ ਹੈ, ਪਸਰਦਾ, ਮਿਟਦਾ, ਬਣਦਾ ਰਹਿੰਦਾ ਕਿੰਨੀ ਵਾਰ। ਪਰ ਮਾਲਕ ਤੇਰੀ ਹਸਤੀ, ਤੇਰੀ ਹੋਂਦ ਸਦੀਵੀ ਹੈ। ਅੱਜ ਪਸਾਰਾ ਹੈ ਤਾਂ ਵੀ ਹੈ। ਸੰਸਾਰ ਕਰਕੇ ਰੱਬ ਦੀ ਹੋਂਦ ਨਹੀਂ ਹੈ, ਉਸ ਮਾਲਕ ਕਰਕੇ ਸੰਸਾਰ ਦੀ ਹੋਂਦ ਹੈ। ਬੁਲਬੁਲੇ ਕਰਕੇ ਪਾਣੀ ਨਹੀਂ ਹੈ, ਪਾਣੀ ਕਰਕੇ ਬੁਲਬੁਲਾ। ਬੁਲਬੁਲਾ ਮਿਟ ਗਿਆ, ਪਾਣੀ ਤਾਂ ਵੀ ਰਹਿ ਜਾਂਦਾ। ਸੰਸਾਰ ਨਿਰੰਕਾਰ ਕਰਕੇ ਹੈ। ਸੰਸਾਰ ਕਰਕੇ ਨਿਰੰਕਾਰ ਨਹੀਂ ਹੈ। ਕਦੇ ਭੁਲੇਖਾ ਹੋਵੇ ਵੀ ਅਸੀਂ ਨਾ ਜਪਾਂਗੇ ਤੇ ਸ਼ਾਇਦ ਰੱਬ ਦੀ ਵਡਿਆਈ ਘਟ ਜਾਣੀ ਹੈ। ਇਹ ਐਸਾ ਨਾ ਕਦੇ ਸਮਝ ਲਈਏ। ਵੱਡਾ ਨਾ ਹੋਵੇ, ਘਾਟ ਨਾ ਜਾਏ, ਉਹਨੂੰ ਕੋਈ ਫਰਕ ਨਹੀਂ ਪੈਣ ਵਾਲਾ। ਠੀਕ ਹੈ, ਸਾਡੇ ਜੀਵਨ ਜ਼ਰੂਰ ਤਬਦੀਲੀ ਆਉਂਦੀ ਹੈ, ਸਾਡਾ ਜੀਵਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਸੰਗਤ 'ਚ ਆਏ ਉਹ ਨਾ, ਜਿਹੜੇ ਆਏ ਨਹੀਂ ਆਏ, ਮਾਲਕ ਨੂੰ ਫਰਕ ਨਹੀਂ ਹੈ, ਸਾਨੂੰ ਜ਼ਰੂਰ ਫਰਕ ਹੈ। ਮੈਂ ਕਈ ਵਾਰ ਕਿਹਾ ਕਰਦਾ, ਫੁੱਲਾਂ ਦੀ ਬਗੀਚੀ ਲਾਗੇ ਰੋਜ਼ ਕੋਈ ਆਉਂਦਾ ਸੈਰ ਕਰਦਾ, ਇੱਕ ਉਹਦੇ ਨਾਲ ਨਫ਼ਰਤ ਕਰਦਾ। ਫੁੱਲਾਂ ਨੂੰ ਕੋਈ ਫਰਕ ਨਹੀਂ ਪਿਆ, ਪਰ ਜਿਹੜਾ ਲਾਗੇ ਆਉਂਦਾ ਖੁਸ਼ਬੂ, ਖੂਬਸੂਰਤੀ ਨੂੰ ਮਾਣ ਲੈਂਦਾ ਹੈ। ਜਿਹੜਾ ਉਹਦੇ ਨਾਲ ਨਫ਼ਰਤ ਕਰਦਾ ਉਹ ਖੂਬਸੂਰਤੀ ਤੋਂ ਵਾਂਝਾ ਰਹਿ ਜਾਂਦਾ। ਫੁੱਲਾਂ ਨੂੰ ਥੋੜ੍ਹਾ ਫਰਕ ਪੈਣਾ, ਕੋਈ ਉਹਨਾਂ ਕੋਲ ਆਏ ਜਾਂ ਨਾ ਆਏ। ਇਸੇ ਤਰ੍ਹਾਂ ਰੱਬੀ ਇਬਾਦਤ, ਗੁਰੂ ਦੀ ਬਾਣੀ ਨਾਲ ਸਾਡੇ ਜੀਵਨ ਨੂੰ ਲਾਹਾ ਹੈ। ਭਗਤਹੀਣ ਜੇ ਨਾਨਕ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮਾਲਕ ਦੀ ਵਡਿਆਈ ਥੋੜ੍ਹਾ ਘਟ ਜਾਣੀ ਹੈ। ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਉਹਦਾ ਵਜੂਦ ਸਦੀਵੀ ਹੈ। ਸੰਸਾਰ ਕਰਕੇ ਕਰਤੇ ਦੀ ਹੋਂਦ ਨਹੀਂ ਹੈ, ਕਰਤੇ ਦੀ ਹੋਂਦ ਕਰਕੇ ਸੰਸਾਰ ਦੀ ਹੋਂਦ ਹੈ।
ਸੋ ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਉ ਕਿਸਕੋ ਗਨੀ। ਜਦੋਂ ਉਹਦਾ ਹੀ ਵਜੂਦ ਸੀ, ਕੋਈ ਬੰਧਨ ਨਹੀਂ, ਉੱਥੇ ਕਾਹਦੀ ਮੁਕਤੀ, ਕਾਹਦਾ ਬੰਧਨ। ਜਦੋਂ ਗੁਰਦੇਵ ਕਹਿੰਦੇ ਇਹ ਵਜੂਦ, ਇਹ ਪਸਾਰਾ, ਇਹ ਰਚਨਾ, ਇਹ ਕ੍ਰੀਏਸ਼ਨ ਹੈ ਹੀ ਸੀ, ਕੁਝ ਨਹੀਂ ਸੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕੋ ਕੌਣ ਅਵਤਾਰ। ਜਿੱਥੇ ਆਪ ਹੀ ਆਪ ਉਹਦੀ ਸੁਨ ਸਮਾਧੀ ਹਸਤੀ ਹੈ, ਉੱਥੇ ਨਰਕ ਸਵਰਗ ਵੀ ਕੀ ਹੈ। ਉੱਥੇ ਚੰਗਾ ਮਾੜਾ, ਨਰਕ ਸਵਰਗ ਚੰਗਾ ਮਾੜਾ, ਸਵਰਗ ਚੰਗਾ ਖੂਬਸੂਰਤ, ਨਰਕ ਨੀਵਾਂ ਨਾ ਜਾਣ ਯੋਗ ਥਾਂ। ਤੋ ਗੁਰਦੇਵ ਕਹਿੰਦੇ ਇਹ ਵੀ ਮਾਲਕ ਵਾਹਿਗੁਰੂ ਤੇਰੀ ਹਸਤੀ, ਤੇਰਾ ਨਿਜ ਸਰੂਪ ਹੋਏ। ਇਹ ਤੇ ਉਦੋਂ ਹੈ ਨਾ ਜਦੋਂ ਆਕਾਰ ਹੈ, ਜਦੋਂ ਪਸਾਰ ਹੈ, ਇਸ ਉਦੋਂ ਨਿਯਮ ਲਾਗੂ ਹੋਏ। ਜਦੋਂ ਆਕਾਰ ਨਹੀਂ ਸੀ, ਉਹ ਨਿਯਮ ਨਿਰਾਕਾਰ ਤੇ ਲਾਗੂ ਨਹੀਂ ਕਰ ਸਕਦੇ ਆਪਾਂ ਕਦੇ। ਸਰੀਰ ਵਾਲੇ ਨਿਯਮ ਆਤਮਾ ਤੇ ਲਾਗੂ ਨਹੀਂ ਕਰ ਸਕਦੇ ਕਦੇ ਵੀ, ਉਹ ਨਹੀਂ ਹੋ ਸਕਦੇ ਕਦੇ ਵੀ। ਹਾਂ, ਜਦੋਂ ਕੋਈ ਸਰੀਰ 'ਚ ਰਹਿੰਦੇ ਆ, ਉਹ ਆਤਮ ਸਰੂਪ ਚਲਾ ਜਾਂਦਾ, ਫਿਰ ਉੱਥੇ ਵੀ ਤਾਂ ਹੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹਦੇ ਤੇ ਵੀ ਫਿਰ ਇਕੱਲੇ ਸੰਸਾਰ ਵਾਲੇ ਨਿਯਮ ਨਹੀਂ ਲਾਗੂ ਹੁੰਦੇ, ਕਿਉਂਕਿ ਉਹਦਾ ਦੇਸ਼ ਦੂਜਾ ਹੈ। ਜਦੋਂ ਕੋਈ ਕੰਟਰੀ ਛੱਡ ਜਾਏ, ਫਿਰ ਦੂਸਰੀ ਕੰਟਰੀ ਚਲਾ ਗਿਆ, ਫਿਰ ਕਰੰਸੀ ਵੀ ਉੱਥੋਂ ਦੀ ਚੱਲਦੀ ਹੈ, ਉੱਥੇ ਫਿਰ ਨਿਯਮ ਵੀ ਉੱਥੋਂ ਦਾ ਚੱਲਦਾ। ਜੇ ਉੱਥੇ ਸੱਜੇ ਪਾਸੇ ਗੱਡੀ ਚਲਾਉਣੀ, ਫਿਰ ਚਲਾਉਣੀ ਪੈਣੀ ਹੈ, ਫਿਰ ਨਿਯਮ ਵੀ ਉੱਥੋਂ ਦੇ ਚੱਲਣਗੇ। ਜਿਹੜਾ ਅਨੁਭਵ ਕਰਕੇ ਸਾਹਿਬ ਕਹਿੰਦੇ ਆਕਾਰ ਜਿਹਦੇ ਸੋਚ ਚੋਂ, ਸੁਰਤ ਚੋਂ ਨਿਕਲ ਗਿਆ, ਫਿਰ ਉੱਥੇ ਨਿਯਮ ਵੀ ਨਾ ਇਹ ਲਾਗੂ ਹੁੰਦੇ ਰੱਬ ਦੇ ਪਿਆਰੇ ਤੇ। ਤਾਂ ਹੀ ਫਿਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਤੋ ਗੁਰਦੇਵ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸ਼ਕਤ ਕਉ ਕਿਤ ਠਾਏ। ਸ਼ਿਵ ਸ਼ਕਤੀ ਦਾ ਅਰਥ ਹੈ ਜਿਨੀ ਰਚਨਾ ਹੈ। ਸ਼ਿਵ ਦਾ ਅਰਥ ਹੈ ਇਸ ਨੂੰ ਭੋਗਣ ਵਾਲੇ ਆਪਾਂ ਜੀਵ, ਜਾਂ ਸ਼ਿਵ ਦੇ ਅਰਥ ਹੁੰਦੇ ਨੇ ਵੈਸੇ ਕਲਿਆਣ ਸਰੂਪ ਵਾਹਿਗੁਰੂ। ਸ਼ਕਤੀ ਉਹਦੀ ਰਚਨਾ। ਤੋ ਸਾਹਿਬ ਕਹਿੰਦੇ ਜਦੋਂ ਦੋ ਨਹੀਂ ਹੈ, ਜਦੋਂ ਇੱਕੋ ਹੀ ਹੁਣ ਇੱਕ ਤੋਂ ਹੀ ਦੋ ਬਣੇ ਆ ਨਾ, ਜਿਵੇਂ ਪਾਣੀ ਤੋਂ ਲਹਿਰ ਬਣ ਗਈ, ਹੁਣ ਉਹਦਾ ਬਣਨਾ ਮਿਟਣਾ ਇੱਕ ਬਣ ਗਿਆ। ਸੋਨੇ ਤੋਂ ਗਹਿਣਾ ਬਣ ਗਿਆ, ਹੁਣ ਨਾਮ ਉਹਦਾ ਵੱਖਰਾ ਹੋ ਗਿਆ, ਪਛਾਣ ਵੱਖਰੀ ਹੋ ਗਈ। ਹੁਣ ਦੋ ਹੋ ਗਏ, ਇੱਕ ਸੋਨਾ ਇੱਕ ਗਹਿਣਾ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਜਦੋਂ ਮਾਲਕ ਵਾਹਿਗੁਰੂ ਇੱਕੋ ਹੀ ਸਰੂਪ ਹੈ, ਜਦੋਂ ਸੋਨਾ ਹੀ ਸੋਨਾ ਹੈ, ਸੋਨੇ ਦੀ ਡਲੀ ਨੂੰ ਕੌਣ ਗਹਿਣਾ ਕਹੇਗਾ, ਉਹ ਤਾਂ ਸੋਨਾ ਹੀ ਹੈ। ਹਾਂ, ਗਹਿਣੇ ਵਿੱਚ ਵੀ ਸੋਨਾ ਹੈ। ਜਦੋਂ ਇਹ ਵਜੂਦ ਬਣਿਆ, ਉਹਦੇ ਵਿੱਚ ਵੀ ਮਾਲਕ ਤੇਰਾ ਵਜੂਦ ਹੈ, ਤਾਂ ਹੀ ਇਹ ਵਜੂਦ ਬਣਿਆ। ਤੋ ਜਿੱਥੇ ਵਾਹਿਗੁਰੂ ਤੇਰਾ ਨਿਰਗੁਣ ਸਰੂਪ ਹੈ, ਉੱਥੇ ਫਿਰ ਜੀਵ ਵੀ ਨਹੀਂ, ਤੇਰੀ ਇਹ ਸ਼ਕਤੀ, ਇਹ ਰਚਨਾ ਮਾਇਆ ਵੀ ਨਹੀਂ। ਜਬ ਆਪੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਉੱਥੇ ਕੌਣ ਨਿਡਰ ਹੈ, ਕੌਣ ਡਰਦਾ ਹੈ। ਜਦੋਂ ਕੇਵਲ ਤਾਂ ਕੇਵਲ ਤੇਰੀ ਸੱਤਾ ਹੈ, ਤੇਰੀ ਸੁਨ ਸਮਾਧੀ ਦੀ ਅਵਸਥਾ ਹੈ। ਆਪਨ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗੰਮ ਅਪਾਰ। ਗੁਰਦੇਵ ਕਹਿੰਦੇ ਉਹਦੇ ਚਲਿੱਤਰ ਨੇ ਕੌਤਕ, ਖੇਡ ਬੜੀ ਵੱਡੀ ਹੈ ਮਾਲਕ ਦੀ। ਤੋ ਆਪ ਕਰਨ ਵਾਲਾ ਹੈ ਮਾਲਕ ਵਾਹਿਗੁਰੂ, ਬੜਾ ਵਿਸਮਾਦ ਹੈ ਉਹਦੀ ਖੇਡ ਦੇ ਅੰਦਰ। ਤੋ ਸਾਹਿਬ ਕਹਿੰਦੇ ਨਾਨਕ ਠਾਕੁਰ, ਠਾਕੁਰ ਦਾ ਅਰਥ ਹੈ ਸੁਆਮੀ। ਅਗੰਮ, ਅਗੰਮ ਦਾ ਅਰਥ ਹੈ ਜਿਹੜਾ ਸਾਡੇ ਪੈਮਾਨਿਆਂ, ਸਾਡੇ ਸਕੇਲ 'ਚ ਨਹੀਂ ਆਉਂਦਾ, ਸਾਡੀ ਪਹੁੰਚ ਤੋਂ ਦੂਰ ਹੈ। ਮੇਰੇ ਵਰਗੇ ਗਿਆਨੀ ਜਿੰਨੀ ਵੀ ਵਿਆਖਿਆ ਕਰਨ, ਅਕਥ ਨੂੰ ਕਦੇ ਨਹੀਂ ਕੱਥ ਸਕਦੇ। ਠੀਕ ਹੈ, ਇਸ਼ਾਰੇ ਨੇ, ਡਿਸਕਰਾਈਬ ਆਪਾਂ ਕਰ ਸਕਦੇ ਹਾਂ। ਜਿਵੇਂ ਚੰਦਰਮਾ ਵੱਲ ਕੋਈ ਇਸ਼ਾਰਾ ਕਰਦਾ, ਉਹ ਚੰਦਰਮਾ ਹੈ। ਇਸ਼ਾਰਾ ਚੰਦਰਮਾ ਨਹੀਂ ਕਦੇ ਹੁੰਦਾ, ਉਹਦੀ ਹਸਤੀ ਵੱਖਰੀ ਹੈ। ਇਸੇ ਤਰ੍ਹਾਂ ਕਈ ਵਾਰ ਸਾਡੇ ਕੋਲ ਇਸ਼ਾਰੇ ਹੁੰਦੇ ਨੇ ਬਸ ਸਮਝਣ ਵਾਸਤੇ, ਪਰ ਗੁਰਦੇਵ ਕਹਿੰਦੇ ਉਹ ਜਿਹੜੀ ਅਵਸਥਾ ਹੈ ਮਾਲਕ ਵਾਹਿਗੁਰੂ ਦੀ ਅਗੰਮ ਅਪਾਰ, ਜਿਹਦਾ ਕੋਈ ਬੰਨਾ ਨਹੀਂ ਲੱਭ ਸਕਿਆ ਅੱਜ ਤੱਕ, ਜਿਹਨੂੰ ਆਪਾਂ ਪਾਰ ਨਾ ਜਾ ਸਕੀਏ। ਅਬਿਨਾਸ਼ੀ ਸੁਖ ਆਪਨ ਆਸਨ, ਤਾਂ ਜਨਮ ਮਰਨ ਕਹੋ ਕਹਾਂ ਵਿਨਾਸਨ। ਜਿੱਥੇ ਅਬਿਨਾਸ਼ੀ ਮਾਲਕ ਵਾਹਿਗੁਰੂ ਸੁਖ ਆਪਨ ਆਸਨ, ਆਪਣੇ ਸੁਨ ਸਮਾਧੀ ਦੇ ਆਸਣ ਤੇ ਬੈਠਾ ਹੋਇਆ ਹੈ।
ਜਿੱਥੇ ਕੋਈ ਦੂਜਾ ਨਹੀਂ, ਆਪਣਾ ਆਸਣ ਆਪ 'ਚ ਹੀ ਲੱਗਾ ਹੋਇਆ। ਤਾਂ ਜਨਮ ਮਰਨ ਕਹੋ ਕਹਾਂ ਵਿਨਾਸਨ, ਉੱਥੇ ਜਨਮ ਮਰਨ ਵੀ ਕੀ ਹੈ? ਜਨਮ ਮਰਨ ਤੇ ਉਦੋਂ ਹੈ ਜਦੋਂ ਵਜੂਦ ਬਣੇ ਹੈ। ਸੰਸਾਰ ਇਸ ਕੁਦਰਤ ਦੀ ਹੋਂਦ ਬਣੀ ਹੈ। ਕਦੋਂ ਬਣੀ ਹੈ ਸਾਨੂੰ ਨਹੀਂ ਪਤਾ, ਨਾ ਜਾਣ ਸਕਦੇ ਹਾਂ। ਕੁਦਰਤ ਕਦੋਂ ਆਰੰਭ ਹੋਈ ਤੇ ਕਦੋਂ ਮੁੱਕੇਗੀ ਸਾਡੇ ਕਿਆਸ ਨੇ, ਕੇਵਲ ਅਨੁਮਾਨ ਨੇ ਸਾਡੇ, ਪਰ ਪੂਰੇ ਨਹੀਂ ਹੈ। ਤਾਂ ਹੀ ਸਾਹਿਬ ਕਹਿਣ ਲੱਗੇ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਉਹ ਆਪ ਜਾਣਦਾ, ਸਾਡਾ ਵਜੂਦ ਹੀ ਨਹੀਂ ਸੀ ਕੋਈ, ਕਿਵੇਂ ਜਾਣ ਸਕਦੇ ਹਾਂ? ਸੋ ਇਸ ਵਾਸਤੇ ਸਿਆਣਿਆਂ ਨੇ ਕਿਹਾ, ਕੁਦਰਤ ਇੱਕ ਐਸੀ ਕਿਤਾਬ ਹੈ ਜਿਹਦੇ ਪਹਿਲੇ ਪੰਨੇ ਵੀ ਪਾਟੇ ਨੇ, ਅਖੀਰ ਵਾਲੇ ਵੀ ਪਾਟੇ ਨੇ। ਭਾਵੇਂ ਦੀ ਰਮਤਾ ਦੇ ਬਾਰੇ ਸਾਨੂੰ ਕੋਈ ਸਟੀਕ ਜਾਣਕਾਰੀ ਨਹੀਂ ਹੈ, ਨਾ ਹੋ ਸਕਦੀ ਹੈ, ਤੇ ਨਾ ਇਹਦੇ ਅਖੀਰ ਬਾਰੇ ਸਾਡੇ ਕੋਲ ਸਟੀਕ ਜਾਣਕਾਰੀ, ਕਿਉਂਕਿ ਉਹ ਗੁਰਦੇਵ ਨੇ ਬਖਸ਼ਿਸ਼ ਕੀਤੀ। ਮਾਲਕ ਵਾਹਿਗੁਰੂ ਦੀ ਨਿਜ ਦੀ ਅਵਸਥਾ ਹੈ ਇੱਕ, ਪਿਤਾ ਕਾ ਜਨਮ ਕੇ ਜਾਣੈ ਪੂਤ, ਨਹੀਂ ਜਾਣ ਸਕਦਾ। ਉਹ ਬਹੁਤ ਬਰੀਕ ਹੈ ਜਿੱਥੇ ਆ ਵਜੂਦ ਬਣਿਆ, ਜਿੱਥੇ ਸਭ ਕੁਝ ਮਿਟ ਕੇ ਉਹਦੇ 'ਚ ਸਮਾ ਜਾਂਦਾ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ। ਉਦੋਂ ਜਮ ਦਾ ਡਰ ਵੀ, ਮੌਤ ਦਾ ਡਰ ਵੀ ਕਿੱਥੇ ਸੀ? ਜਦੋਂ ਕੋਈ ਜੰਮਿਆ ਹੀ ਨਹੀਂ ਸੀ। ਮੌਤ ਦਾ ਡਰ ਵੀ ਉਦੋਂ ਹੈ ਜਦੋਂ ਜਨਮੇ ਹਾਂ। ਜੇ ਜਨਮ ਨਹੀਂ ਹੈ, ਮਰਨ ਵੀ ਕਿੱਥੋਂ ਹੋਏਗਾ? ਜੇ ਜਨਮ ਦਾ ਨਿਯਮ ਲਾਗੂ ਹੋਇਆ, ਫਿਰ ਮੌਤ ਦਾ ਵੀ ਨਿਯਮ ਲਾਗੂ ਜ਼ਰੂਰ ਹੋਏਗਾ। ਉਹਦੇ ਤੋਂ ਕਿਵੇਂ ਮੁਨਕਰ ਹੋ ਸਕਦੇ? ਤਾਂ ਗੁਰਦੇਵ ਕਹਿੰਦੇ, ਜਿੱਥੇ ਜਦੋਂ ਕੋਈ ਜਨਮ ਹੀ ਨਹੀਂ ਸੀ, ਕੋਈ ਵਜੂਦ ਹੀ ਨਹੀਂ ਸੀ, ਉੱਥੇ ਮਰਨ ਵੀ ਕਿੱਥੋਂ ਆਉਂਦਾ ਹੈ? ਜਬ ਅਵਗਤ ਅਗੋਚਰ ਪ੍ਰਭ ਏਕਾ। ਅਵਗਤ ਦਾ ਅਰਥ ਹੈ ਅਵਿਅਕਤ, ਹਿੰਦੀ ਸੰਸਕ੍ਰਿਤ ਦਾ ਸ਼ਬਦ ਹੈ ਅਵਿਅਕਤ, ਜਿਹਨੂੰ ਵਿਅਕਤ ਨਾ ਕੀਤਾ ਜਾ ਸਕੇ। ਉਹਨੂੰ ਪੰਜਾਬੀ ਦਾ ਸ਼ਬਦ ਬਣਦਾ ਹੈ ਅਵਗਤ, ਭਾਵ ਜਿਹਨੂੰ ਆਖਿਆ ਨਾ ਜਾ ਸਕੇ, ਅਵਿਨਾਸ਼ੀ। ਅਗੋਚਰ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਦੂਰ। ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਉਦੋਂ ਧਰਮ ਦੇ ਜਗਤ ਵੀ ਜਿਹੜਾ ਚਿੱਤਰ ਗੁਪਤ ਦਾ ਖਿਆਲ ਹੈ, ਇਹ ਵੀ ਖਿਆਲ ਤਾਂ ਹੈ ਜਦੋਂ ਆਕਾਰ ਹੈ, ਵਜੂਦ ਹੈ। ਜਦੋਂ ਕੋਈ ਵਜੂਦ ਹੀ ਨਹੀਂ, ਫਿਰ ਲੇਖਾ ਵੀ ਕਾਹਦਾ? ਲੇਖਾ ਵੀ ਉੱਥੇ ਹੁੰਦਾ ਹੈ ਜਿੱਥੇ ਕੋਈ ਹਸਤੀ ਹੋਏ। ਲੇਖਾ ਵੀ ਸਾਡਾ ਤਾਂ ਹੈ, ਜਨਮ ਤੋਂ ਮਰਨ ਤੱਕ ਇੱਕ ਲੇਖਾ ਹੀ ਸਾਡੇ ਜੀਵਨ ਦਾ। ਪਰ ਗੁਰਦੇਵ ਕਹਿੰਦੇ, ਜਦੋਂ ਇਹ ਹਸਤੀ ਨਹੀਂ, ਵਜੂਦ ਹੀ ਨਹੀਂ, ਫਿਰ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਉੱਥੇ ਕੌਣ ਮੁਕਤ ਕੌਣ ਬੰਧਨਾਂ ਵਾਲਾ। ਜਬ ਜਦੋਂ ਨਾਥ ਸੁਆਮੀ ਮਾਲਕ ਨਿਰੰਜਨ ਮਾਇਆ ਤੋਂ ਰਹਿਤ, ਅਗੋਚਰ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਦੂਰ, ਅਗਾਧੇ ਅਗਾਧ ਬੋਧ। ਜਦੋਂ ਉਹਦੀ ਉਹ ਨਿਜ ਦੀ ਅਵਸਥਾ ਸੀ, ਅਫੁਰ ਅਵਸਥਾ। ਗੁਰਦੇਵ ਕਹਿੰਦੇ, ਜਿਹਨੂੰ ਅਸੀਂ ਜਾਣ ਨਹੀਂ ਸਕਦੇ, ਦੱਸ ਨਹੀਂ ਸਕਦੇ, ਕਹਿ ਨਹੀਂ ਸਕਦੇ। ਇਸ ਵਾਸਤੇ ਉੱਥੇ ਬੰਧਨ ਵੀ ਕਾਹਦਾ ਹੈ, ਉੱਥੇ ਮੁਕਤੀ ਵੀ ਕਾਹਦੀ ਹੈ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਬੜੀ ਅਚਰਜ ਅਵਸਥਾ, ਜਿਹਨੂੰ ਬਾਣੀ ਨੇ ਸੁਣ ਕੇ, ਜਿਹਨੂੰ ਬਾਣੀ ਨੇ ਵਿਸਮਾਦ ਕਿਹਾ, ਬਹੁਤ ਵੱਡੀ ਅਵਸਥਾ ਹੈ ਵਿਸਮਾਦ ਦੀ। ਜਦੋਂ ਕਿ ਤੁਰਦਾ ਤੁਰਦਾ ਉਸ ਅਨੁਭਵ ਤੱਕ ਪਹੁੰਚਦਾ ਹੈ, ਉਹਦਾ ਆਖਰੀ ਅਨੁਭਵ ਹੈ ਰੱਬ ਦਾ ਵਿਸਮਾਦ, ਜਿਹਦਾ ਆਖਰੀ ਸ਼ਬਦ ਆਉਂਦਾ ਹੈ, ਵਾਹ ਗੁਰੂ ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀ। ਬਸ ਸਾਡੇ ਸ਼ਬਦ ਕੋਸ਼ ਦਾ ਆਖਰੀ ਸ਼ਬਦ ਹੈ ਵਾਹ, ਜਿੱਥੇ ਸਾਡੇ ਸ਼ਬਦ ਮੁੱਕ ਜਾਂਦੇ ਨੇ। ਵਾਹ ਉਹ ਸ਼ਬਦ ਹੈ ਜਿੱਥੇ ਅੱਗੇ ਸਾਡੇ ਕੋਲ ਕੋਈ ਸ਼ਬਦ ਨਾ ਹੋਏ। ਤੋ ਗੁਰਦੇਵ ਕਹਿਣ ਲੱਗੇ, ਵਿਸਮਾਦ ਦੀ ਅਵਸਥਾ ਹੈ ਜਿੱਥੇ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ, ਕੋਈ ਵਿਆਖਿਆ ਨਹੀਂ ਹੈ। ਤੋ ਆਪਨ ਆਪ ਆਪ ਹੀ ਅਚਰਜ, ਅਚਰਜ ਵਿਸਮਾਦ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਉਪਰਜਾ ਪ੍ਰਗਟ ਕਰਨਾ, ਹਸਤੀ 'ਚ ਲੈ ਕੇ ਆਉਣਾ। ਜਬ ਨਿਰਮਲ ਪੁਰਖ ਪੁਰਖ ਪਤ ਹੋਤਾ, ਤਾਂ ਬਿਨ ਮੈਲ ਕਹੋ ਕਿਆ ਤੋਤਾ। ਜਦੋਂ ਨਿਰਮਲ ਵਜੂਦ ਹੈ, ਉੱਥੇ ਕਾਹਦੀ ਮੈਲ, ਕੌਣ ਧੋਣ ਵਾਲਾ? ਕੋਈ ਤੀਰਥ ਨਹੀਂ, ਕੋਈ ਵਜੂਦ ਨਹੀਂ, ਕੋਈ ਹੋਂਦ ਨਹੀਂ, ਕੋਈ ਧਰਮ ਦੀ ਕਿਰਿਆ ਨਹੀਂ ਹੈ।
ਜਦੋਂ ਸਾਹਿਬ ਕਹਿੰਦੇ ਬਾਹਰੀ ਹਸਤੀ ਨਹੀਂ ਰਹਿ ਗਈ ਕੋਈ। ਜਾਂ ਨਿਰੰਜਨ ਨਿਰੰਕਾਰ ਨਿਰਵਾਣ, ਤਾਂ ਕੌਣ ਕੋ ਮਾਨ ਕੌਣ ਅਭਿਮਾਨ। ਜਿੱਥੇ ਨਿਰੰਜਨ ਹੈ, ਨਿਰਵਾਣ ਜਿੱਥੇ ਵਾਸ਼ਨਾ ਕੋਈ ਨਹੀਂ, ਨਿਰਆਕਾਰ ਹੈ, ਉੱਥੇ ਮਾਣ ਵੀ ਕਿਹਦਾ ਅਪਮਾਨ ਵੀ ਕਿਹਦਾ। ਉੱਥੇ ਜਦੋਂ ਬਰਾਬਰ ਦੋ ਖਲੋਤੇ ਹੋਣ ਉੱਥੇ ਚੀਜ਼ਾਂ ਵਰਦੀਆਂ ਨੇ। ਤੋ ਸਾਹਿਬ ਕਹਿੰਦੇ ਉੱਥੇ ਕੋਈ ਮਾਣ ਕੋਈ ਅਪਮਾਨ ਨਹੀਂ। ਜਾਂ ਸਰੂਪ ਕੇਵਲ ਜਗਦੀਸ਼, ਤਾਂ ਛਲ ਛਿਦਰ ਲਗਤ ਕਉ ਕੀਸ। ਜਦੋਂ ਕੇਵਲ ਨਿਰੰਜਨ ਅਕਾਲ ਪੁਰਖ ਦਾ ਆਪਣਾ ਨਿਜ ਸਰੂਪ ਹੈ, ਉੱਥੇ ਕਾਹਦਾ ਛਲ ਕਾਹਦੀਆਂ ਕਮਜ਼ੋਰੀਆਂ। ਤੋ ਸਾਹਿਬ ਜੀ ਆਖਦੇ ਨੇ ਜਾਂ ਜੋਤ ਸਰੂਪੀ ਜੋਤ ਸੰਗ ਸਮਾਵੈ, ਤਾਂ ਕਿਸੇ ਭੂਖ ਕਵਣ ਤ੍ਰਿਪਤਾਵੈ। ਜਦੋਂ ਜੋਤ ਸਰੂਪ ਦੇ ਵਿੱਚ ਮਾਲਕ ਹੈ, ਉੱਥੇ ਕਾਹਦੀ ਮਹਿੰਗਾਈ ਕਾਹਦਾ ਭੁੱਖ ਕਾਹਦੀ ਲੜਾਈ। ਕੋਈ ਇਹ ਤੇ ਸੰਸਾਰ ਦੀਆਂ ਨੇ, ਇਹ ਜਿੰਨੀਆਂ ਚੀਜ਼ਾਂ ਨੇ ਸੰਸਾਰ ਦੀਆਂ ਨੇ, ਜੰਮਣ ਮਰਨ ਭੁੱਖ ਲੜਾਈ ਇਹ ਸਭ ਕੁਝ। ਤੋ ਗੁਰਦੇਵ ਕਹਿੰਦੇ ਵਾਹਿਗੁਰੂ ਜਦੋਂ ਤੇਰੀ ਨਿਜ ਦੀ ਅਵਸਥਾ ਹੁੰਦੀ ਹੈ, ਹਾਂ ਕੋਈ ਰੱਬ ਦਾ ਪਿਆਰਾ ਉਸ ਅਨੁਭਵ ਤੱਕ ਪਹੁੰਚ ਜਾਂਦਾ ਹੈ, ਉਦੋਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ, ਬਹੁਤ ਉੱਪਰ। ਆਪਾਂ ਵੇਖਿਆ ਰੱਬ ਦੇ ਪਿਆਰੇ ਨਿਰਆਹਾਰੀ ਵੀ ਹੋ ਗਏ ਬਹੁਤ ਵਾਰ। ਬਹੁਤੇ ਆਹਾਰ ਦੀ ਲੋੜ ਨਹੀਂ ਸੀ ਪੈਂਦੀ, ਤਾਂ ਹੀ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ, ਜਾਂ ਤੇ ਫਿਰ ਪੱਲੇ ਰੋਟੀਆਂ ਬੰਨ੍ਹਦੇ ਜਾਂ ਆਪਣੇ ਵਰਗਾ ਬਣਾ ਲੈ, ਜਾਂ ਸੰਤੋਖ ਬਖਸ਼ਦੇ ਆਪਣੇ ਵਾਲਾ, ਅਵਸਥਾ ਬਖਸ਼ਦੇ ਆਪਣੇ ਵਾਲੀ। ਜਦੋਂ ਠੀਕ ਹੈ ਰੱਬ ਦਾ ਪਿਆਰਾ ਪਹੁੰਚ ਗਿਆ, ਆਪਾਂ ਕਵਾਂਗੇ ਵੀ ਕਿਵੇਂ ਹੋ ਸਕਦਾ, ਪ੍ਰਭਾਵੈ ਬਿਨ ਸਾਸ ਤੇ ਰਾਖੇ। ਹੋ ਸਕਦਾ ਸਾਹਿਬ ਕਹਿੰਦੇ, ਕਿਉਂਕਿ ਸਾਡੇ ਵਾਲੇ ਸੂਤਰ ਕੱਲੇ ਸੰਸਾਰ ਦੇ ਨੇ, ਸਾਡੇ ਕੋਲ ਦੁਨੀਆ ਦੇ ਨੇ। ਤੋ ਗੁਰਦੇਵ ਜੀ ਬਚਨ ਕਰਦੇ ਨੇ, ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀ ਸ਼ੁਮਾਰ। ਸ਼ੁਮਾਰ ਕਹਿੰਦੇ ਨੇ ਗਿਣਤੀ, ਅੰਦਾਜ਼ਾ। ਤੋ ਕਰਤੇ ਕਾ ਨਾਹੇ, ਉਹਦਾ ਕੋਈ ਅੰਦਾਜ਼ਾ ਨਹੀਂ, ਉਹਦੀ ਕੋਈ ਗਿਣਤੀ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਕਰਨ ਕਰਾਵਨ ਕਰਨੈ ਹਾਰ, ਉਹ ਆਪ ਹੀ ਕਰਨ ਵਾਲਾ ਹੈ, ਆਪ ਹੀ ਕਰਾਉਣ ਵਾਲਾ ਹੈ, ਆਪ ਹੀ ਸੁਨ ਸਮਾਧੀ ਜਾਣ ਵਾਲਾ ਹੈ, ਆਪ ਹੀ ਨਿਰਗੁਣ ਸਰਗੁਣ ਦਾ ਇਹ